परम सन्मान योग सत्कार योग गुरु की साजी और नवाजी हुई। गुरु का खास रूप गुरु खालसा साध संगत जियो। जिनके भाग बड़े हैं भाई तिन साधु संग मुख जुरे। वड्डियां भागां वाले हो के निता प्रति जगत गुरु श्री गुरु ग्रंथ साहिब जी महाराज जी की पाक पवित्र हजूरी च हाजरियां भर के सतगुरु श्री गुरु नानक देव साहिब जी महाराज जी के पावन पवित्र इतिहास की चल रही लड़ीवार कथा बहुत ही अदब सत्कार शरदा ते भावना सहित आप जी सरवण कर रहे। एमनाबाद नगर विखे जगत गुरु गुरु नानक साहब जी ने अपने पावन चरण पाए ਹਨ। ਏਮਨਾਬਾਦ ਨਗਰ ਦੀ ਦਸ਼ਾ ਵੇਖੀ ਹੈ। ਬਾਬਰ ਨੂੰ ਹੁਕਮ ਕੀਤਾ ਹੈ ਕਿ ਆਪਣੇ ਬੰਦੀ ਖਾਨੇ ਵਿੱਚ ਜਿੰਨੇ ਤਾਂ ਬੰਦੀ ਕੀਤੇ ਨੇ ਸਾਰੇ ਛੱਡ ਕੇ ਉਹਨਾਂ ਦਾ ਲੁੱਟਿਆ ਸਮਾਨ ਉਹਨਾਂ ਨੂੰ ਵਾਪਸ ਕਰ। ਸਭ ਨੂੰ ਰਿਹਾ ਕਰਵਾ ਕੇ ਸਤਿਗੁਰੂ ਜੀ ਨਗਰ ਵਿੱਚ ਆਏ ਨੇ। ਨਗਰ ਦੀ ਦਸ਼ਾ ਵੇਖੀ ਹੈ। आसा राग विच सतगुरां ने शब्द उच्चारण किया है। कहाँ सुखेल तबेला घोड़े कहाँ भेरी सहनाई कहाँ सो तेग बंद गा डेरड़ कहाँ सो लाल कवाई कहाँ सो आरसिया मुँह बंके ऐथै दिसै नाही। ये पावन शब्द की कथा आपां कल की कथा दे विच सरवण कीती है। ਏਮਨਾਬਾਦ नगर विच सतगुरु जी ने एक जगह ते चरण पाए ने बैठे हन। आओ मन बिरतियां एकाग्र करके गुरु पातशाह की पावन अमृतमय कथा सरवण करिए। साहिबां दे पावन चरणां विच जिथे शरीर करके हाजरियां भर रहे हैं उथे मन करके गुरु चरणां च हाजरी भरदे आखिए जी सतनाम श्री वाहिगुरु साहिब जी। सतनाम श्री वाहिगुरु साहिब जी। चौपाई इस बिद कै कर करुणा सदनम। ਇਹ ਪਾਵਨ ਸ਼ਬਦ ਆਪਣੀ ਰਸਨਾ ਤੋਂ ਉਚਾਰਨ ਕਰਕੇ ਕਿਰਪਾ ਦੇ ਘਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਬੈਠੇ ਨਿਕਟ ਨਗਰ ਦੁਖ ਕਦਨੰ। ਦੁੱਖਾਂ ਦਾ ਨਾਸ਼ ਕਰਨ ਵਾਲੇ ਦੁੱਖਾਂ ਨੂੰ ਹਰ ਲੈਣ ਵਾਲੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਏਮਨਾਬਾਦ ਨਗਰ ਵਿੱਚ ਇੱਕ ਜਗ੍ਹਾ ਤੇ ਆਣ ਕੇ ਬੈਠੇ ਹਨ। ਆਵਨ ਲਗੇ ਨਗਰ ਨਰ ਨਾਰੀ। ਏਮਨਾਬਾਦ ਨਗਰ ਦੇ ਨਰ ਤੇ ਨਾਰੀਆਂ ਉਹ ਚੱਲ ਕੇ ਆ ਰਹੇ ਹਨ। ਕਸ਼ਟ ਸਮਾ ਜਿਨ ਪਰ ਪਾਪਾਰੀ। ਜਿਨ੍ਹਾਂ ਉੱਤੇ ਬੜਾ ਜ਼ਿਆਦਾ ਕਸ਼ਟ ਦਾ ਸਮਾਂ ਹੈ, ਜਿਨ੍ਹਾਂ ਦੇ ਘਰ ਉਜੜੇ ਹੋਏ ਨੇ, ਜਿਨ੍ਹਾਂ ਦੇ ਸਾਕ ਸੰਬੰਧੀ ਮਾਰੇ ਜਾ ਚੁੱਕੇ ਨੇ, ਕੁਝ ਰਣ ਭੂਮੀ ਵਿੱਚ, ਕੋਈ ਲੁੱਟ ਖੋਹ ਦੇ ਵਿੱਚ, ਬਹੁਤ ਜ਼ਿਆਦਾ ਦੁਖੀ ਹਾਲਤ ਦੇ ਵਿੱਚ ਏਮਨਾਬਾਦ ਨਗਰ ਦੇ ਲੋਕ ਹਨ। ਕਟੇ ਖਾਨ ਜੈ ਮਿਰਤਕ ਪਰੇ। ਜਿੱਥੇ ਬਹੁਤ ਸਾਰੇ ਜਿਹੜੇ ਖਾਨ ਨੇ, ਪਠਾਨ, ਉਹ ਵੱਡੇ ਪਏ ਹੋਏ ਨੇ। ਉਹਨਾਂ ਦੀਆਂ ਲਾਸ਼ਾਂ ਜਿਹੜੀਆਂ ਨੇ ਉੱਥੇ ਖਿੰਡੀਆਂ ਹੋਈਆਂ ਹਨ। ਅਰੁਣ ਤਰਨ ਸ਼੍ਰੋਣਤ ਬੋਟਰੇ। ਧਰਤੀ ਲਾਲ ਸੁਰਖ ਹੋਈ ਹੋਈ ਹੈ ਉਹਨਾਂ ਦੀ ਰੱਤ ਨਾਲ, ਉਹਨਾਂ ਦੇ ਖੂਨ ਦੇ ਨਾਲ ਸਾਰੀ ਧਰਤੀ ਲਾਲ ਸੁਰਖ ਹੈ। ਆਨਨ ਧੂਰ ਪਰੇ ਜਿਨ ਕੀਰੇ। ਜਿਨ੍ਹਾਂ ਦੇ ਚਿਹਰੇ ਮਿੱਟੀ ਦੇ ਨਾਲ ਧੂਸਰ ਹੋ ਰਹੇ ਨੇ, ਸਿਆਣੇ ਨਹੀਂ ਜਾਂਦੇ ਵੀ ਕੌਣ ਨੇ ਤੇ ਕਿਹੜੇ ਡਿੱਗੇ ਪਏ ਨੇ। ਚਿਹਰਿਆਂ ਦੇ ਉੱਤੇ ਧੂੜ ਹੈ, ਖੂਨ ਤੇ ਰੱਤ ਤੇ ਚਿੱਕੜ ਦੇ ਨਾਲ ਤਿਨਾਂ ਦੇ ਮੂੰਹ ਲਿਬੜੇ ਹੋਏ ਹਨ। ਆਮਿਕ ਖਾਤ ਗੀਦ ਰਵ ਟੇਰੇ। ਔਰ ਜਿਹੜੀਆਂ ਗਿੱਧਾਂ ਨੇ ਉਹਨਾਂ ਦਾ ਮਾਸ ਖਾ ਰਹੀਆਂ ਹਨ। ਕਈ ਗਿੱਧਾਂ ਮਾਸ ਦੀਆਂ ਬੋਟੀਆਂ ਲੈ ਕੇ ਆਕਾਸ਼ ਨੂੰ ਚੜ੍ਹਦੀਆਂ ਹਨ। ਦੋਹਰਾ ਦਾਰੁਨ ਰੂਪ ਬਿਰੂਪ ਪਾ ਦੇਖਤ ਹੈ ਨਰ ਨਾਰ। ਗਿੱਧਾਂ ਉੱਚੀ ਉੱਚੀ ਆਵਾਜ਼ ਦੇ ਵਿੱਚ ਬੋਲਦੀਆਂ ਹਨ। ਬਹੁਤ ਜ਼ਿਆਦਾ ਭਿਆਨਕ ਰੂਪ ਹੈ ਔਰ ਜਿਤਨੇ ਨਰ ਨਾਰੀਆਂ ਹਨ ਉਹ ਉੱਥੇ ਵੇਖੇ ਜਾ ਰਹੇ ਹਨ। ਕਰਤ ਚਿਨਾਰੀ ਆਪਨ ਕੀ ਦਫਨੇ ਧਰਨ ਮਝਾਰ। ਉਹ ਲੋਕ ਜਿਨ੍ਹਾਂ ਦੇ ਕੋਈ ਸੰਬੰਧੀ ਮਰੇ ਨੇ,
ਕੋਈ ਐਸਾ ਘਰ ਨਹੀਂ ਜਿਸ ਘਰ ਵਿੱਚ ਮੌਤ ਨਾ ਹੋਈ ਹੋਵੇ। ਆਪੋ ਆਪਣਿਆਂ ਸੱਜਣਾ ਮਿੱਤਰਾਂ ਦੀਆਂ ਸੰਬੰਧੀਆਂ ਦੀਆਂ ਲਾਸ਼ਾਂ ਦੀ ਪਛਾਣ ਕਰਦੇ ਨੇ ਔਰ ਉਹਨਾਂ ਲਾਸ਼ਾਂ ਦੀ ਪਹਿਚਾਣ ਕਰਕੇ ਉਹਨਾਂ ਨੂੰ ਦਫਨ ਕਰ ਰਹੇ ਨੇ। ਜੇ ਕੋਈ ਹਿੰਦੂ ਹੈ ਤਾਂ ਉਹ ਸੰਸਕਾਰ ਕਰ ਰਹੇ ਹਨ। ਚੌਪਈ ਤੁਰਕ ਹੁਤੇ ਸੇ ਸਭ ਦਫਨਾਏ। ਜਿਹੜੇ ਤੁਰਕ ਮਰੇ ਸੀ ਏਮਨਾਬਾਦ ਨਗਰ ਵਿੱਚ ਉਹ ਸਾਰੇ ਦਫਨ ਕੀਤੇ ਗਏ ਹਨ। ਹਿੰਦੂ ਮਰੇ ਜੇ ਦਹਾ ਕਰਾਏ। ਔਰ ਜਿਹੜੇ ਹਿੰਦੂ ਮਰੇ ਨੇ, ਕਿਉਂਕਿ ਹਿੰਦੂ ਵੀ ਬਹੁਤ ਰਹਿੰਦੇ ਸੀ ਏਮਨਾਬਾਦ ਨਗਰ ਵਿੱਚ, ਜਿਹੜੇ ਉਹ ਮਰੇ ਨੇ ਉਹਨਾਂ ਨੂੰ ਦਾਹ ਕਰਾਇਆ, ਯਾਨੀ ਕਿ ਉਹਨਾਂ ਨੂੰ ਅਗਨ ਭੇਟ ਕੀਤਾ, ਸੰਸਕਾਰ ਕੀਤਾ। ਰੋਵੇਂ ਬੌਰ ਭਰਿਓ ਵੱਡ ਰੋਰਾ। ਔਰ ਜਦੋਂ ਉਹਨਾਂ ਨੂੰ ਸਾੜਦੇ ਨੇ ਜਾਂ ਦੱਬਦੇ ਨੇ ਤੇ ਉਹਨਾਂ ਦੇ ਸੰਬੰਧੀ ਉੱਚੀ ਉੱਚੀ ਆਵਾਜ਼ ਦੇ ਵਿੱਚ ਰੋਂਦੇ ਨੇ, ਚੀਖ ਝਿਹਾੜਾ ਪਾਉਂਦੇ ਆ, ਕੁਰਲਾਪ ਕਰਦੇ ਹਨ। ਪੀਟਤ ਨਾਰ ਮਿਲੀ ਤੈ ਠੌਰਾ। ਬਹੁਤ ਸਾਰੀਆਂ ਇਸਤਰੀਆਂ ਇਕੱਠੀਆਂ ਹੋ ਕੇ ਪਿੱਟਦੀਆਂ ਨੇ ਜਿਨ੍ਹਾਂ ਦੇ ਪਤੀ ਮਰੇ ਨੇ, ਜਿਨ੍ਹਾਂ ਦੇ ਭਰਾ ਮਰੇ ਨੇ, ਸੰਬੰਧੀ ਮਰੇ ਨੇ ਬਹੁਤ ਜੰਗ ਦੇ ਮੈਦਾਨ ਵਿੱਚ। ਉਹ ਇਸਤਰੀਆਂ ਜਿਹੜੀਆਂ ਨੇ ਰੋ ਰਹੀਆਂ ਨੇ, ਦੁਹੱਥੜੇ ਮਾਰ ਕੇ ਆਪਣੇ ਤਨ ਨੂੰ ਪਿੱਟਦੀਆਂ ਹਨ। ਹਾਏ ਹਾਏ ਉਹ ਕਰਈ। ਔਰ ਆਪਣੇ ਮੂੰਹੋਂ ਹਾਏ ਹਾਏ ਕਰਦੇ ਨੇ। ਔਰ ਨਾਲੇ ਓਏ ਓਏ ਦਾ ਮਤਲਬ ਹੁੰਦਾ ਵੀ ਉਹ ਮਰ ਗਿਆ ਜੀ, ਉਹ ਵੀ ਮਰ ਗਿਆ, ਏਦਾਂ ਵੈਣ ਪਾਉਂਦੇ ਹਨ। ਮ੍ਰਿਤ ਪਾਈ ਗੁਣ ਤਿਨੇ ਉਚਰਈ। ਜਿਹੜੇ ਮਰ ਗਏ ਨੇ ਉਹਨਾਂ ਦੇ ਗੁਣਾਂ ਨੂੰ ਯਾਦ ਕਰ ਕਰਕੇ ਵੈਣ ਪਾਉਂਦੀਆਂ ਇਸਤਰੀਆਂ। ਜਿਨ੍ਹਾਂ ਦੀ ਮੌਤ ਹੋ ਗਈ ਆ ਉਹਨਾਂ ਦੇ ਗੁਣਾਂ ਨੂੰ ਚੇਤੇ ਕਰਕੇ ਰੋਂਦੀਆਂ ਹਨ। ਮਿਲ ਇੱਕ ਥਲ ਬੋ ਰੋਵੇ ਨਾਰੀ। ਇੱਕ ਜਗ੍ਹਾ ਤੇ ਮਿਲ ਕੇ ਇਕੱਠੀਆਂ ਹੋ ਕੇ ਇਸਤਰੀਆਂ ਰੁਦਨ ਕਰ ਰਹੀਆਂ ਹਨ। ਪਾਰ ਉਖਾਰ ਦੇਹ ਧਰ ਡਾਰੀ। ਔਰ ਆਪਣੇ ਸਿਰ ਦੇ ਵਾਲ ਪੁੱਟ ਪੁੱਟ ਕੇ ਜ਼ਮੀਨ ਤੇ ਸੁੱਟਦੀਆਂ ਨੇ ਔਰ ਜ਼ਮੀਨ ਦੇ ਉੱਤੇ ਲੇਟਦੀਆਂ ਹਨ ਔਰ ਆਪਣੇ ਪੈਰ ਜ਼ਮੀਨ ਦੇ ਉੱਤੇ ਜ਼ੋਰ ਨਾਲ ਮਾਰਦੀਆਂ ਤੇ ਉੱਚੀ ਉੱਚੀ ਆਵਾਜ਼ ਦੇ ਵਿੱਚ ਰੁਦਨ ਕਰਦੀਆਂ ਹਨ। ਤਨ ਕੋ ਕਰੇ ਤਾੜ ਨਾ ਭਾਰੀ। ਆਪਣੇ ਸਰੀਰ ਨੂੰ ਦੁਹੱਥੜੇ ਮਾਰ ਮਾਰ ਕੇ ਪਿੱਟਦੀਆਂ ਨੇ, ਸਿਰ ਨੂੰ ਪਿੱਟਦੀਆਂ, ਛਾਤੀ ਨੂੰ ਪਿੱਟਦੀਆਂ ਨੇ। ਉੱਚੀ ਬਾहें ਕਰੇ ਪੁਕਾਰੀ। ਔਰ ਉੱਚੀਆਂ ਉੱਚੀਆਂ ਬਾਹਾਂ ਕਰਕੇ ਵੈਣ ਪਾਉਂਦੀਆਂ, ਬਾਹਾਂ ਹਿਲਾ ਹਿਲਾ ਕੇ ਉੱਤੇ ਉੱਤੇ ਉੱਚੇ ਕਰਕੇ ਰੋਂਦੀਆਂ ਤੇ ਰੁਦਨ ਕਰਦੀਆਂ ਹਨ। ਵੱਡ ਰੋਰਾ ਸੁਣ ਕਹਤੇ ਥਾਨਾ। ਕਹਿੰਦੇ ਬਹੁਤ ਜ਼ਿਆਦਾ ਚੀਖ ਝਿਹਾੜਾ ਪਿਆ ਹੋਇਆ ਏਮਨਾਬਾਦ ਨਗਰ ਵਿੱਚ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੁਣਿਆ। ਬੋਰੋ ਸ਼੍ਰੀ ਪ੍ਰਭ ਸ਼ਬਦ ਬਖਾਨਾ। ਉਹਨਾਂ ਇਸਤਰੀਆਂ ਦਾ ਰੋਣਾ, ਪੁਰਖਾਂ ਦਾ ਰੋਣਾ ਸੁਣ ਕੇ, ਉਹਨਾਂ ਦਾ ਚੀਖ ਝਿਹਾੜਾ ਸੁਣ ਕੇ, ਰੌਲਾ ਰੱਪਾ ਸੁਣ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਬਚਨ ਗੁਰਦੇਵ ਨੇ ਜੋ ਧੁਰ ਦਰਗਾਹ ਤੋਂ ਆਏ ਹਨ ਨਿਰੰਕਾਰ ਦੇ ਘਰੋਂ, ਪਾਵਨ ਸ਼ਬਦ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਹੋਰ ਉਚਾਰਨ ਕੀਤਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਾਤਸ਼ਾਹ ਨੇ ਆਸਾ ਰਾਗ ਵਿੱਚ ਸ਼ਬਦ ਉਚਾਰਿਆ, ਮੰਗਲਾਚਰਨ ਕਰਦੇ ਹਨ। ਇੱਕ ਅਦੁੱਤੀ ਪਾਰ ਬ੍ਰਹਮ ਪਰਮੇਸ਼ਵਰ ਸਜਾਤੀ ਵਿਜਾਤੀ ਸਾਵਗਤ ਤਿੰਨਾਂ ਭੇਦਾਂ ਤੋਂ ਰਹਿਤ ਹੈ। ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਹੈ ਔਰ ਸਰਬ ਦਾ ਪ੍ਰਕਾਸ਼ਕ ਹੈ, ਪੈਦਾ ਕਰਦਾ, ਪਾਲਦਾ ਔਰ ਸੰਘਾਰਦਾ ਹੈ। ਤਰਈ ਕਾਲ ਸੱਤ ਹੈ। ਸੱਤ ਦਾ ਮਤਲਬ ਜਿਹੜਾ ਪਹਿਲਾਂ ਵੀ ਸੱਤ ਸੀ, ਹੁਣ ਵੀ ਸੱਤ ਹੈ, ਅੱਗੇ ਨੂੰ ਵੀ ਸੱਤ ਹੈ। ਗੁਰ ਚੇਤਨ ਸਵਰੂਪ ਹੈ, ਉਹ ਜੜ ਨਹੀਂ, ਸਾਡਾ ਸਾਰਿਆਂ ਦੇ ਭਾਵਾਂ ਨੂੰ ਸੁਣਦਾ ਵੇਖਦਾ ਹੈ। ਵਾਹਿਗੁਰੂ ਅਕਾਲ ਪੁਰਖ ਸੁਣਦਾ ਹੈ ਵੇਖਦਾ, ਇਸ ਕਰਕੇ ਗੁਰ ਚੇਤਨ ਸਵਰੂਪ ਹੈ। ਪ੍ਰਸਾਦ ਉਹ ਆਨੰਦ ਸਵਰੂਪ ਹੈ, ਸਾਰਿਆਂ ਦੇ ਹਿਰਦਿਆਂ 'ਚ ਆਨੰਦ ਤੇ ਖੇੜਾ ਪ੍ਰਦਾਨ ਕਰਨ ਵਾਲਾ ਹੈ। ਆਸਾ ਕਾਫੀ ਮਹੱਲਾ ਪਹਿਲਾ। ਆਸਾ ਰਾਗ ਹੈ, ਕਾਫੀ ਵੈਰਾਗਮਈ ਛੰਦ ਦਾ ਨਾਮ ਹੈ ਔਰ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਸ਼ਬਦ ਉਚਾਰਦੇ ਹਨ। ਘਰ ਅਠਵਾਂ ਅਸ਼ਟਪਦੀਆਂ। ਇਹ ਪਾਵਨ ਸ਼ਬਦ ਮਹਾਰਾਜ ਜੀ ਨੇ ਹੁਕਮ ਕੀਤਾ ਹੈ ਕਿ 8ਵੇਂ ਘਰ ਵਿੱਚ ਗਾਓ। ਅਸ਼ਟਪਦੀਆਂ ਇਸ ਪਾਵਨ ਸ਼ਬਦ ਦੇ 8 ਪਦੇ ਹਨ। ਜੈਸੇ ਗੋਇਲ ਗੋਇਲੀ ਤੈਸੇ ਸੰਸਾਰਾ। ਕਹਿੰਦੇ
ਉਦਾਹਰਣ ਦਿੰਦੇ ਸਤਿਗੁਰੂ ਜੀ ਪ੍ਰਮਾਣ ਦੇ ਕੇ ਸਮਝਾਉਂਦੇ ਹਨ। ਕਹਿੰਦੇ ਜਿਵੇਂ ਗਊਆਂ ਦੀ ਚਰਾਂਦ ਹੁੰਦੀ ਹੈ ਨਾ, ਅੱਜ ਕੱਲ੍ਹ ਤਾਂ ਚਰਾਂਦਾਂ ਰਹੀਆਂ ਨਹੀਂ। ਪਹਿਲਾਂ ਸਮਿਆਂ ਦੇ ਵਿੱਚ ਅਕਸਰ ਖੇਤਾਂ ਦੇ ਵਿੱਚ, ਨਗਰਾਂ ਪਿੰਡਾਂ ਵਿੱਚ ਚਰਾਂਦ ਛੱਡੇ ਜਾਂਦੇ ਸੀ, ਜਿੱਥੇ ਮਾਲ ਡੰਗਰ ਛੱਡ ਕੇ ਉਹਨਾਂ ਨੂੰ ਚਾਰਿਆ ਜਾਂਦਾ ਸੀ। ਹੁਣ ਤਾਂ ਸਾਡੇ ਜ਼ਿਮੀਂਦਾਰ ਵੀਰ ਗੁਆਂਢੀ ਦੀ ਵੱਟ ਤੱਕ ਨਹੀਂ ਛੱਡਦੇ, ਚਰਾਂਦ ਛੱਡਣੀ ਤਾਂ ਕਿਤੇ ਰਹੀ। ਵੱਟ ਵੀ ਜਿਹੜੀ ਆ ਕਹਿੰਦੇ ਵੱਢ ਕੇ ਰਲਾ ਲਈਏ, ਜਿਹੜੀ ਆਪਣੇ 'ਚ ਰਲਦੀ ਹੈ। ਇੱਥੋਂ ਤੱਕ ਬਿਰਤੀ ਨਿੱਘਰ ਚੁੱਕੀ ਹੈ। ਔਰ ਚਰਾਂਦਾਂ ਪੁਰਾਣੇ ਸਮਿਆਂ ਵਿੱਚ 5-5, 7-7 ਕਿੱਲੇ ਦੀਆਂ, 10-10 ਏਕੜ ਦੀਆਂ ਜਾਂ ਪਿੰਡਾਂ ਦੀਆਂ ਜਿਹੜੀਆਂ ਪੰਚਾਇਤੀ ਜ਼ਮੀਨਾਂ ਹੁੰਦੀਆਂ ਉਹ ਚਰਾਂਦਾਂ ਵਜੋਂ ਛੱਡ ਦਿੱਤੀਆਂ ਜਾਂਦੀਆਂ ਕਿ ਮਾਲ ਡੰਗਰ ਆ ਕੇ ਉੱਥੇ ਚਰ ਸਕਣ, ਖਾ ਸਕਣ। ਖੈਰ ਉਹ ਚਰਾਂਦ ਉੱਥੇ ਗਵਾਲੇ ਆ ਕੇ ਆਪਣੀਆਂ ਗਊਆਂ ਚਾਰਦੇ ਸਨ, ਜਾਂ ਫਿਰ ਕੁਝ ਸਮਾਂ ਉੱਥੇ ਰਹਿਣਾ ਉਹਨਾਂ ਨੇ, ਜਿੰਨਾ ਚਿਰ ਘਾਹ ਬੂਟਾ ਹੋਣਾ ਚਰਾ ਲੈਣਾ, ਮੁੜ ਕੇ ਉੱਥੋਂ ਚਲੇ ਜਾਣਾ। ਗੁਰੂ ਨਾਨਕ ਸਾਹਿਬ ਜੀ ਉਦਾਹਰਣ ਦਿੰਦੇ ਨੇ, ਕਹਿੰਦੇ ਜਿਵੇਂ ਉਹ ਗਵਾਲੇ ਆਉਂਦੇ ਆ, ਜੈਸੇ ਗੋਇਲ ਗੋਇਲੀ, ਉਹ ਆ ਕੇ ਗਊਆਂ ਉੱਥੇ ਚਾਰਦੇ ਨੇ ਤੇ ਮੁੜ ਕੇ ਚਲੇ ਜਾਂਦੇ ਨੇ, ਤੈਸੇ ਸੰਸਾਰਾ। ਮਹਾਰਾਜ ਜੀ ਕਹਿੰਦੇ ਸੰਸਾਰ ਵੀ ਇਸੇ ਤਰ੍ਹਾਂ ਹੀ ਹੈ। ਇਹਦੇ ਵਿੱਚ ਵੀ ਅਸੀਂ ਆਪਣਾ ਦਾਣਾ ਪਾਣੀ ਚਰਨ ਆਏ ਆ, ਜਿੰਨਾ ਚਿਰ ਪਰਮੇਸ਼ਰ ਨੇ ਲਿਖਿਆ ਨਾ ਚਰਨ ਦਾ। ਜਦੋਂ ਮੁੱਕ ਗਿਆ ਫਿਰ ਜਾਣਾ ਪੈਣਾ ਹੈ। ਦਾਣੇ ਪਾਣੀ ਦੀ ਖੇਡ ਹੈ। ਜਿੰਨਾ ਕੁ ਪਰਮੇਸ਼ਰ ਨੇ ਦਾਣਾ ਪਾਣੀ ਲਿਖਿਆ ਹੈ, ਓਨੇ ਕੀ ਦਾਣੇ ਚੁਗਣੇ ਨੇ ਇਸ ਮਾਤ ਲੋਕ ਦੀ ਧਰਤੀ ਤੇ, ਨਾ ਉਹਦੇ ਤੋਂ ਵੱਧ ਤੇ ਨਾ ਘੱਟ। ਜਦੋਂ ਮੁੱਕ ਗਿਆ ਫਿਰ ਇਹ ਸੰਸਾਰ ਤੋਂ ਚੱਲਣਾ ਹੋ ਜਾਣਾ ਹੈ। ਇਹ ਸੰਸਾਰ ਦੀ ਖੇਡ ਅਕਾਲ ਪੁਰਖ ਵਿਧਾਤੇ ਨੇ, ਪਾਰ ਬ੍ਰਹਮ ਪਰਮੇਸ਼ਰ ਨੇ ਬਣਾਈ ਐਸੀ ਹੈ। ਜੋ ਦਿਨ ਆਵੈ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ, ਸੰਗ ਚਲਤ ਹੈ ਹਮ ਪੀ ਚਲਨਾ, ਦੂਰ ਗਵਨ ਸਿਰ ਉੱਪਰ ਮਰਨਾ। ਇਹ ਸੰਸਾਰ ਦੀ ਖੇਡ ਵਿਧਾਤੇ ਨੇ, ਪਰਮੇਸ਼ਰ ਨੇ ਐਸੀ ਬਣਾਈ ਹੈ। ਕੂੜ ਕਮਾਵੇ ਆਦਮੀ ਬਾਂਦੀ ਘਰ ਬਾਰਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਫਰਮਾਉਂਦੇ ਆ ਵੀ ਜਿਵੇਂ ਉਹ ਗਵਾਲੇ ਆਉਂਦੇ ਤੇ ਉੱਥੇ ਆਪਣਾ ਪੱਕਾ ਟਿਕਾਣਾ ਨਹੀਂ ਸੀ ਰੱਖਦੇ, ਜਿੱਥੇ ਗਊਆਂ ਚਾਰਦੇ, ਉੱਥੋਂ ਚਲੇ ਜਾਂਦੇ ਸਨ। ਕਹਿੰਦੇ ਇਸੇ ਤਰ੍ਹਾਂ ਭਾਈ ਇਹ ਸੰਸਾਰ ਵੀ ਤੇਰੇ ਲਈ ਚਰਾਂਦ ਹੈ, ਤੂੰ ਵੀ ਇੱਥੋਂ ਚਲਿਆ ਜਾਣਾ ਹੈ। ਪਰ ਤੂੰ ਕੀ ਕਰਦਾ, ਤੂੰ ਝੂਠ ਕਮਾਉਣਾ ਹੈ। ਕੂੜ ਕਮਾਵਹਿ ਆਦਮੀ, ਇਹ ਆਦਮੀ ਝੂਠ ਕਮਾਉਂਦਾ ਹੈ, ਔਰ ਝੂਠ ਕਮਾਉਂਦਾ ਹੋਇਆ ਬੰਨ੍ਹਦਾ ਘਰ ਬਾਰ, ਆਪਣਾ ਘਰ ਬੰਨ੍ਹਦਾ ਵੀ ਮੈਂ ਤਾਂ ਇੱਥੇ ਪੱਕਾ ਹੀ ਟਿਕਾਣਾ ਰੱਖਣਾ। ਮਹਾਰਾਜ ਭਗਤ ਜੀ ਫਰਮਾਉਂਦੇ ਆ, ਗਹਿਰੀ ਕਰਕੇ ਨੀਮ ਖੁਦਾਏ, ऊपर मंडप छाए, मार कंडे ते को अधकाई, जिन तृण धर मूंड बलाए। कहते मारकंडा ऋषि दुनिया की सब तो वड्डी उम्र का ऋषि होया है, ਇਹਦੇ ਤੋਂ ਵੱਧ ਉਮਰ ਕਿਸੇ ਦੀ ਨਹੀਂ ਹੋਈ। ਉਹਨੇ ਸਾਰੀ ਜ਼ਿੰਦਗੀ ਆਪਣੇ ਸਿਰ ਦੇ ਉੱਤੇ ਨਾ ਇੱਕ ਕੱਖਾਂ ਦਾ ਛੱਜ ਜਿਹਾ ਬਣਾਇਆ ਹੋਇਆ ਸੀ। ਜਿੱਥੇ ਜਾਣਾ, ਮੀਂਹ ਪੈਣਾ ਤਾਂ ਉਹ ਛੱਜ ਸਿਰ ਤੇ ਕਰ ਲੈਣਾ, ਧੁੱਪ ਪੈਣੀ ਤਾਂ ਉਹ ਸਿਰ ਤੇ ਕਰ ਲੈਣਾ, ਨਹੀਂ ਤਾਂ ਮੁੜ ਕੇ ਆਪਣੇ ਕੋਲ ਥੱਲੇ ਰੱਖ ਛੱਡਣਾ। ਲੱਖਾਂ ਬਰਸਾਂ ਦੀ ਉਮਰ ਉਸ ਮਾਰਕੰਡੇ ਰਿਸ਼ੀ ਨੇ ਆਪਣੀ ਇਸੇ ਤਰ੍ਹਾਂ ਹੀ ਕੱਟ ਦਿੱਤੀ। ਪਰ ਇਹ ਮਨੁੱਖ ਨੇ ਕੁਝ ਸਮਾਂ ਰਹਿਣਾ ਸੰਸਾਰ ਵਿੱਚ, ਉਹਦੇ ਵਾਸਤੇ ਕਹਿੰਦੇ ਘਰ-ਬਾਰ ਬੰਨ੍ਹਦਾ ਹੈ, ਨੀਹਾਂ ਡੂੰਘੀਆਂ ਕਰਕੇ ਖੁਦਾਉਂਦਾ ਕਿ ਪੱਕੇ ਮਹਿਲ ਮੰਡਪ ਬਣਨ। ਉਹਦੇ ਵਿੱਚ ਕੁਝ ਸਮਾਂ ਰਹਿ ਕੇ ਇਹ ਸੰਸਾਰ ਨੂੰ ਅਲਵਿਦਾ ਕਹਿ ਕੇ ਚਲਾ ਜਾਂਦਾ ਹੈ। ਜਾਗੋ ਜਾਗੋ ਸੁਤਿਓ ਚੱਲਿਆ ਵਣਜਾਰਾ। ਇਹ ਸੁੱਤੇ ਹੋਏ ਮਨੁੱਖੋ ਜਾਗੋ, ਹਾਲੇ ਜਾਗਣ ਦਾ ਵੇਲਾ ਹੈ। ਇਹ ਵਣਜਾਰਾ ਜਾ ਰਿਹਾ ਹੈ, ਇਹ ਜੀਵ ਜਾ ਰਿਹਾ ਹੈ। ਜਿਵੇਂ ਜਿਵੇਂ ਦਿਨ ਬੀਤ ਰਹੇ ਨੇ, ਉਮਰ ਬੀਤ ਰਹੀ ਹੈ। ਛਿਨ ਛਿਨ ਔਦ ਬਿਹਾਤ ਹੈ, ਫੂਟੇ ਘਟ ਜਿਉ ਪਾਨੀ। दिन ते पहर पहर ते घरियां आव घटै तन छीजै। ये जिंदगी घट रही है, वणजारा जा रहा भाई, जाग बई, हाले भी वेला जागण दा। कौन जागदे ने? ਉਹ ਜਾਗਦੇ ਨੇ ਜਿਨ੍ਹਾਂ ਨੂੰ ਸਤਿਗੁਰੂ ਜੀ ਕਿਰਪਾ ਕਰਕੇ ਜਗਾਉਣ। ਪਾਤਸ਼ਾਹ ਦੇ ਬਚਨ ਨੇ, ਧਨ ਸੂਤੀ ਪਿਰ ਸਦ ਜਾਗੰਤਾ, ਪੀਓ ਮਧਰੋ ਧਨ ਮਤਵੰਤਾ। ਕਹਿੰਦੇ ਜੀਵ ਰੂਪੀ ਇਸਤਰੀ ਸੁੱਤੀ ਪਈ ਹੈ,
ਇਹਦਾ ਕੰਤਪਤੀ ਪ੍ਰਮਾਤਮਾ ਬਿਲਕੁਲ ਐਨ ਇਹਦੇ ਨਾਲ ਬਿਰਾਜਿਆ ਹੋਇਆ। ਹੁਣ ਇਹ ਸ਼ਰਾਬ ਦੇ ਨਸ਼ੇ 'ਚ ਮਸਤ ਹੋ ਕੇ ਸੁੱਤੀ ਹੈ, ਹੰਕਾਰ ਦੇ ਨਸ਼ੇ ਵਿੱਚ, ਜਿਸ ਕਰਕੇ ਉੱਠਦੀ ਨਹੀਂ, ਜਾਗਦੀ ਨਹੀਂ। ਫਿਰ ਇਹਦੇ ਕੋਲ ਸਦਾ ਜਾਗਦਾ ਹੈ। ਕਹਿੰਦੇ ਜਾਗ ਸਕਦੀ ਹੈ ਜੇ ਪਿਰ ਪਾਰ ਬ੍ਰਹਮ ਪਰਮੇਸ਼ਰ ਕਿਰਪਾ ਕਰਕੇ ਧਨ ਜਾਗੈ, ਜੇ ਪਿਰ ਬੋਲੰਤਾ, ਜੇ ਪਿਰ ਪਤੀ ਪਰਮੇਸ਼ਰ ਬੋਲ ਕੇ ਇਹਨੂੰ ਜਗਾ ਦੇਵੇ ਤੇ ਇਹ ਜੀਵ ਰੂਪੀ ਇਸਤਰੀ ਜਾਗ ਸਕਦੀ ਹੈ। ਨਹੀਂ ਤਾਂ ਸੁੱਤਿਆਂ ਗਈ ਵਿਹਾਏ, ਸੁੱਤਿਆਂ ਹੀ ਜ਼ਿੰਦਗੀ ਲੰਘ ਰਹੀ ਹੈ ਮਨੁੱਖ ਦੀ। ਮਹਾਰਾਜ ਗੁਰੂ ਨਾਨਕ ਸਾਹਿਬ ਸਾਡੇ ਪਿਰ ਨੇ, ਸਾਡੇ ਪਤੀ ਨੇ, ਸਾਡੇ ਮਾਲਕ ਨੇ, ਔਰ ਸਾਨੂੰ ਬੋਲ ਕੇ ਜਗਾ ਰਹੇ ਨੇ। ਜਾਗੋ ਜਾਗੋ ਸੁੱਤੇ ਹੋ, ਐ ਸੁੱਤੇ ਹੋਇਓ ਜੀਵੋ, ਜਾਗੋ ਚੱਲਿਆ ਵਣਜਾਰਾ, ਇਹ ਜੀਵ ਜਾ ਰਿਹਾ ਹੈ। ਰਹਾਉ। ਰਹਾਉ ਦਾ ਮਤਲਬ ਹੁੰਦਾ ਠਹਿਰਾਓ। ਰਹਾਉ ਦਾ ਮਤਲਬ ਹੁੰਦਾ ਵਿਸ਼ਰਾਮ, ਵੀ ਇੱਥੇ ਵਿਸ਼ਰਾਮ ਦੇ ਕੇ, ਠਹਿਰਾਓ ਦੇ ਕੇ ਫਿਰ ਅੱਗੇ ਸ਼ਬਦ ਨੂੰ ਉਚਾਰੋ, ਸ਼ਬਦ ਦੀ ਵਿਚਾਰ ਕਰੋ। ਅਕਸਰ ਪੁਰਾਤਨ ਸਮਿਆਂ ਵਿੱਚ ਰਾਗੀ ਸਿੰਘ ਸ਼ਬਦ ਦੀ ਜਿਹੜੀ ਸਥਾਈ ਰੱਖਦੇ ਸਨ, ਉਹ ਰਹਾਉ ਦੀਆਂ ਪੰਕਤੀਆਂ ਰੱਖਦੇ ਸਨ, ਕਿਉਂਕਿ ਰਹਾਉ ਦੀਆਂ ਪੰਕਤੀਆਂ ਵਿੱਚ ਸ਼ਬਦ ਦਾ ਸਾਰ ਛੁਪਿਆ ਹੁੰਦਾ। ਤੋ ਰਹਾਉ ਦੀਆਂ ਪੰਕਤੀਆਂ ਨੂੰ ਸਥਾਈ ਵਜੋਂ ਗਾਇਨ ਕਰਨਾ, ਬਾਕੀ ਸ਼ਬਦ ਅੰਤਰੇ ਵਿੱਚ ਗਾਇਨ ਕਰਨਾ, ਐਸੀ ਮਰਿਆਦਾ ਬਹੁਤ ਸਾਰੇ ਰਾਗੀ ਸਿੰਘ ਹੁਣ ਵੀ ਰੱਖਦੇ ਹਨ। ਤੋ ਰਹਾਉ ਦਾ ਮਤਲਬ ਹੈ ਵਿਸ਼ਰਾਮ ਦੇ ਕੇ, ਠਹਿਰਾਓ ਦੇ ਕੇ ਸ਼ਬਦ ਨੂੰ ਵਿਚਾਰ ਕੇ ਅੱਗੇ ਚੱਲੋ। ਨੀਤ ਨੀਤ ਕਰ ਬਾਂਧੀਐ, ਜੇ ਰਹਿਣਾ ਹੋਈ। ਮਹਾਰਾਜ ਜੀ ਕਹਿੰਦੇ ਜੇ ਸੰਸਾਰ ਵਿੱਚ ਰਹਿਣਾ ਹੋਵੇ ਤੇ ਫਿਰ ਸਾਨੂੰ ਸਾਰਿਆਂ ਨੂੰ ਰਲ ਕੇ ਨਿਤ ਘਰ ਬੰਨਣਾ ਚਾਹੀਦਾ। ਫਿਰ ਤਾਂ ਰੋਜ਼ ਬਣਾਓ ਘਰ, ਨਿਤ ਬਣਾਓ ਜੇ ਇੱਥੇ ਰਹਿਣਾ ਸਦਾ, ਪਰ ਇੱਥੇ ਤਾਂ ਰਹਿਣਾ ਨਹੀਂ ਸਦਾ। ਰਹਿਣ ਨਾ ਪਾਵੈ ਸੁਰ ਨਰ ਦੇਵਾ, ਊਠ ਸਿਧਾਰੇ ਕਰ ਮੁਨ ਜਨ ਸੇਵਾ। ਇੱਥੇ ਤਾਂ ਰਹਿਣਾ ਨਹੀਂ, ਜਾਂ ਰਹਿਣਾ ਨਾਹੀ ਐਤ ਜਗ, ਤਾਂ ਕਾਇਤ ਗਾਰਵ ਹੰਡੀਐ। ਸਜਣਾ ਜੇ ਸੰਸਾਰ ਵਿੱਚ ਰਹਿਣਾ ਹੀ ਨਹੀਂ ਤੇ ਫਿਰ ਕਾਹਨੂੰ ਹੈਂਕੜ ਤੇ ਹੰਕਾਰ ਦੇ ਵਿੱਚ ਜ਼ਿੰਦਗੀ ਬਤੀਤ ਕਰਦਾ। ਜਾਗ, ਰਹਾਉ ਦੀ ਪੰਕਤੀ ਨਾਲ ਨਾਲ ਚੱਲੇਗੀ। ਜਾਗ ਬਈ ਜਾਗ, ਤੂੰ ਸੁੱਤਿਆਂ ਹੀ ਨਾ ਆਪਣੀ ਜ਼ਿੰਦਗੀ ਬਤੀਤ ਕਰ ਦੇ। ਪਾਤਸ਼ਾਹ ਕਹਿੰਦੇ ਜੇ ਭਾਈ ਇੱਥੇ ਰਹਿਣਾ ਹੋਵੇ ਤਾਂ ਫਿਰ ਨਿਤ ਘਰ ਬੰਨੀਏ, ਨਿਤ ਘਰ ਬਣਾਈਏ। ਪਿੰਡ ਪਵੇ ਜਿਉ ਚੱਲਸੀ, ਜੇ ਜਾਣੈ ਕੋਈ। ਪਿੰਡ ਪਵੈ ਜਿਉ ਚੱਲਸੀ। ਮਹਾਰਾਜ ਜੀ ਕਹਿੰਦੇ ਜਦੋਂ ਇਹਦੇ ਵਿੱਚੋਂ ਜੀਵਨ ਸੱਤਾ ਨਿਕਲ ਗਈ ਨਾ, ਆਤਮਾ ਜਿਹਨੂੰ ਚੇਤਨਾ ਕਹਿੰਦੇ ਆ, ਇਹ ਸਰੀਰ 'ਚੋਂ ਜਦੋਂ ਚੇਤਨਾ ਨਿਕਲ ਗਈ ਤੇ ਮਿੱਟੀ ਦੀ ਢੇਰੀ ਬਣ ਕੇ ਨੇ ਠਾਹ ਕਰਕੇ ਜ਼ਮੀਨ ਤੇ ਡਿੱਗ ਪੈਣਾ ਧੜਮ ਦੇ ਕੇ। ਜਦੋਂ ਇਹਦੇ 'ਚੋਂ ਚੇਤਨਾ ਨਿਕਲ ਗਈ, ਇਹ ਪਿੰਡ, ਪਿੰਡ ਦਾ ਮਤਲਬ ਹੁੰਦਾ ਸਰੀਰ, ਆ ਪਿੰਡਾ, ਆ ਪਿੰਡ, ਆ ਸਰੀਰ ਜ਼ਮੀਨ ਤੇ ਹੀ ਪਵੈ, ਪਵੈ ਦਾ ਮਤਲਬ ਪਿਆ ਰਹਿ ਜਾਏਗਾ। ਜਿਉ ਚੱਲ ਸੀ, ਇਹਦੇ ਵਿੱਚ ਜਿਹੜੀ ਜੀਵਨ ਸੱਤਾ ਹੈ ਉਹਨੇ ਚਲਾ ਜਾਣਾ। ਜੇ ਜਾਣਾ ਕੋਈ, ਪਰ ਇਸ ਗੱਲ ਨੂੰ ਜੇ ਕੋਈ ਜਾਣੇ ਤਾਂ ਹੈ ਨਾ, ਜੇ ਕੋਈ ਜਾਣੇ ਤਾਂ ਹੈ ਨਾ, ਜਾਣਦਾ ਨਹੀਂ, ਪਤਾ ਹੋਇਆ ਵੀ ਤਾਂ ਵੀ ਅਣਜਾਣ ਬਣਿਆ ਫਿਰਦਾ। ਜੇ ਕੋਈ ਜਾਣੇ ਤੇ ਤਾਂ ਹੈ ਨਾ, ਬੰਦਾ ਤਾਂ ਕਹਿੰਦਾ ਮੈਂ ਮਰਨਾ ਹੀ ਨਹੀਂ ਕਦੇ, ਮੇਰੀ ਤਾਂ ਉਮਰ ਵਡੇਰੀ ਹੋਣੀ ਹੈ। ਇਹਨੂੰ ਆਪਣੀ ਮੌਤ, ਆਪਣਾ ਮਰਨਾ ਭੁੱਲਿਆ ਹੋਇਆ। ਇਸ ਕਰਕੇ ਮਹਾਰਾਜ ਜੀ ਸਾਨੂੰ ਚੇਤੇ ਕਰਾਉਂਦੇ ਨੇ ਕਿ ਜਿਉ ਸੱਤਾ ਚਲੀ ਜਾਣੀ ਹੈ, ਪਿੰਡ ਸਰੀਰ ਜ਼ਮੀਨ ਤੇ ਡਿੱਗ ਪੈਣਾ, ਪਰ ਜੇ ਕੋਈ ਇਸ ਗੱਲ ਨੂੰ ਜਾਣੇ ਤਾਂ ਹੈ। ਉਹੀ ਉਹੀ ਕਿਆ ਕਰੋ, ਹੈ ਹੋਸੀ ਸੋਈ। ਉਹ ਰੋ ਰਹੀਆਂ ਸਨ ਨਾ ਇਸਤਰੀਆਂ, ਓਏ ਓਏ ਕਰਕੇ, ਹਾਏ ਹਾਏ ਕਰਕੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਕੀ ਉਹੀ ਉਹੀ ਕਰਦੇ ਹੋ? ਇਹ ਤਾਂ ਰਹਿਣੇ ਹੀ ਨਹੀਂ ਸਨ, ਇਹ ਤਾਂ ਜਾਣੇ ਹੀ ਸਨ। ਜਿਹੜਾ ਰਹਿਣ ਵਾਲਾ ਹੈ ਹੁਣ ਵੀ, ਪਹਿਲਾਂ ਵੀ ਸੀ ਤੇ ਅੱਗੇ ਨੂੰ ਵੀ ਰਹੇਗਾ, ਉਹ ਇੱਕ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਹੈ। ਹੋਸੀ ਸੋਈ ਉਹੀ ਹੁਣ ਹੈ, ਉਹੀ ਆਉਣ ਵਾਲੇ ਸਮੇਂ 'ਚ ਹੋਵੇਗਾ। ਉਹਨੂੰ ਚੇਤੇ ਕਰੋ। ਆ ਇਹਨਾਂ ਨੂੰ ਕੀ ਚੇਤੇ ਕਰਦੇ ਹੋ ਜਿਹੜੇ ਜਨਮ ਤੋਂ ਪਹਿਲਾਂ ਨਹੀਂ ਸੀ, ਮਰਨ ਤੋਂ ਬਾਅਦ ਹੁਣ ਨਹੀਂ ਰਹੇ?
ਇਹਨਾਂ ਤਾਂ ਜਾਣਾ ਹੀ ਸੀ, ਇਹ ਤਾਂ ਸੱਚ ਸੀ। ਜਿਹੜਾ ਅਕਾਲ ਪੁਰਖ ਆਪਣੇ ਸਵਾਰਥ ਨੂੰ ਰੋਂਦੇ ਹੋ, ਸਾਰੇ ਧੰਦਾ ਪਿੱਟਦੇ ਹੋ, ਜਿਹੜਾ ਮਰ ਗਿਆ ਉਹਨੂੰ ਥੋੜੀ ਰੋਂਦੇ ਜੇ। ਇਹ ਸਾਰਾ ਕੂੜ ਹੀ ਕਮਾ ਰਹੇ ਹੋ। ਮਹਾਰਾਜ ਕਹਿੰਦੇ ਝੂਠ ਹੈ, ਸਭ ਕੂੜ ਕਮਾਵੋ। ਇਹ ਸਭ ਤੁਮ ਕੂੜ ਕਮਾਵੋ। ਮਹਾਰਾਜ ਕਹਿੰਦੇ ਝੂਠ ਹੀ ਕਮਾ ਰਹੇ ਹੋ, ਇਹ ਧੰਦੇ ਪਿੱਟ ਰਹੇ ਹੋ, ਆਪਣੇ ਆਪਣੇ ਸਵਾਰਥਾਂ ਨੂੰ ਰੋਂਦੇ ਆ ਸਾਰੇ। ਪੈ ਰੋਵੈ ਗੁਣਸਾਰ ਸੰਭਾਲੇ, ਕੋਈ ਮਰੈ ਨਾ ਮੋਇਆ ਨਾਲੇ। ਮਰ ਗਿਆ ਨਾਲ ਨਹੀਂ ਕੋਈ ਰੋਂਦਾ। ਪਤਨੀ ਰੋਂਦੀ ਆ ਵੀ ਧਨ ਦੀ ਜਿਹੜੀ ਆਮਦ ਸੀ ਉਹ ਪਤੀ ਕਰਕੇ ਸੀ ਘਰ 'ਚ, ਹੁਣ ਉਹ ਨਹੀਂ ਰਹੀ। ਭੈਣ ਰੋਂਦੀ ਆ ਜਾਂਦੀ ਸੀ ਕਦੇ ਸਾਲ ਛਮਾਈ, ਭਰਾ ਸੂਟ ਦਿੰਦਾ ਸੀ, ਸੋਹਣੇ ਚਾਅ ਕਰਦਾ ਸੀ, ਹੁਣ ਕਿਹਨੇ ਕਰਨੇ ਨੇ। ਉਹ ਇਹ ਨਹੀਂ ਰੋਂਦੀ ਵੀ ਉਹ ਮਰ ਗਿਆ ਇਸ ਕਰਕੇ ਰੋਂਦੀ ਵੀ ਮੇਰਾ ਚਾਅ ਨਹੀਂ ਹੁਣ ਕਿਸੇ ਕਰਨਾ। ਆਪਣੇ ਸਵਾਰਥ ਨੂੰ ਹੀ ਸਭ ਰੋਂਦੇ ਐ। ਜਿਹੜਾ ਮਰ ਗਿਆ ਉਹਦੇ ਨਾਲ ਨਹੀਂ ਕੋਈ ਮਰ ਜਾਂਦਾ। ਉਹ ਨਾ ਸੁਣਈ ਕਤਈ ਤੁਮ ਲੋਕ ਸੁਣਾਵੋ। ਕਹਿੰਦੇ ਭਾਈ ਜਿਹੜਾ ਮਰ ਗਿਆ ਹੈ ਨਾ, ਜਿਹਦੀ ਮੌਤ ਹੋ ਗਈ ਹੈ, ਉਹ ਤਾਂ ਨਹੀਂ ਸੁਣਦਾ ਤੁਹਾਡੇ ਰੋਣੇ ਨੂੰ। ਉਹ ਤਾਂ ਨਹੀਂ ਸੁਣਦਾ ਪਿਆ ਵੀ ਮੇਰਾ ਸੰਬੰਧੀ ਰੋਂਦਾ। ਪਾਤਸ਼ਾਹ ਕਹਿੰਦੇ ਤੁਸੀਂ ਇਹ ਰੋਣਾ ਧੋਣਾ ਲੋਕਾਂ ਨੂੰ ਸੁਣਾਉਂਦੇ ਹੋ, ਇਹ ਲੋਕ ਸੁਣਦੇ ਆ। ਨਾ ਰੋਵੋਗੇ ਤੇ ਲੋਕਾਂ ਨੇ ਕਹਿਣਾ ਕਿਹੋ ਜਿਹੇ ਨੇ, ਖਬਰੇ ਸੁੱਖਾਂ ਸੁੱਖਦੇ ਸੀ ਵੀ ਇਹਨਾਂ ਦਾ ਇਹ ਬੰਦਾ ਮਰ ਜਾਏ, ਸੰਬੰਧੀ ਮਰ ਜੇ, ਵੇਖੋ ਇਹ ਤਾਂ ਰੋਂਦੇ ਹੀ ਨਹੀਂ ਪਏ। ਖਾਲਸਾ ਜੀ ਇਹ ਸੰਸਾਰ ਦੀ ਖੇਡ ਹੈ। ਕਹਿੰਦੇ ਵੇਖੋ ਇਹਨੂੰ ਦੁੱਖ ਹੀ ਕੋਈ ਨਹੀਂ। ਉਹ ਵਿਖਾਵਾ ਕਰਨ ਵਾਸਤੇ ਵੀ ਬਹੁਤੇ ਰੋਂਦੇ ਹੈ, ਰੁਦਨ ਕਰਦੇ ਹੈ। ਗਰੀਬ ਨਵਾਜ ਪਾਤਸ਼ਾਹ ਕਹਿੰਦੇ ਜਿਹਨੂੰ ਰੋ ਰਹੇ ਹੋ ਉਹ ਤਾਂ ਨਹੀਂ ਸੁਣਦਾ, ਲੋਕਾਂ ਨੂੰ ਸੁਣਾ ਰਹੇ ਹੋ ਨਾ। ਬੜੀਆਂ ਖਰੀਆਂ ਖਰੀਆਂ ਗੱਲਾਂ ਕਰ ਰਹੇ ਨੇ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ। ਐਨ ਖਰੇ ਬੋਲ, ਸੱਚੇ ਬੋਲ। ਤਦੇ ਤੇ ਨਿਰੰਕਾਰ ਦੀ ਬਾਣੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤਦੇ ਇਸ ਬਾਣੀ ਨੂੰ ਨਿਰੰਕਾਰ ਦੀ ਬਾਣੀ ਕਹਿੰਦੇ ਆ। ਅਕਾਲ ਪੁਰਖ ਦੀ ਬਾਣੀ ਹੈ, ਸਭ ਖਰਾ ਹੈ। ਜੋ ਕਹਿੰਦੇ ਪਾਤਸ਼ਾਹ ਸੱਚ ਹੈ। ਗਰੀਬ ਨਵਾਜ ਸਾਹਿਬ ਜੀ ਪਾਤਸ਼ਾਹ ਕਹਿੰਦੇ ਉਹ ਨਾ ਸੁਣੀ ਕਾਤਈ, ਉਹ ਨਹੀਂ ਜੇ ਸੁਣਦਾ। ਤੁਮ ਲੋਕ ਸੁਣਾਵੋ, ਤੁਸੀਂ ਦੁਨੀਆ ਦੇ ਲੋਕਾਂ ਨੂੰ ਸੁਣਾਉਂਦੇ ਹੋ ਆਪਣਾ ਰੋਣਾ ਧੋਣਾ। ਜਿਸ ਤੇ ਸੁੱਤਾ ਨਾਨਕਾ ਜਾਗਾਏ ਸੋਈ। ਹੁਣ ਉੱਤੇ ਕਹਿ ਆਏ ਨੇ ਨਾ ਵੀ ਜਾਗੋ ਜਾਗੋ ਸੁੱਤੇ ਹੋ, ਚੱਲਿਆ ਵਣਜਾਰਾ। ਮਹਾਰਾਜ ਜੀ ਕਹਿੰਦੇ ਜਿਸ ਪਰਮਾਤਮਾ ਤੋਂ ਤੂੰ ਸੁੱਤਿਆ ਹੋਇਆ ਨਾ, ਸੁੱਤਾ ਹੋਇਆ, ਹੁਣ ਉਹੀ ਜਗਾਵੇ ਤੇ ਤੂੰ ਤਾਂ ਜਾਗ ਸਕਦਾ। ਉਹੀ ਜਗਾਵੇ ਜਿਸ ਤੋਂ ਤੂੰ ਸੁੱਤਾ ਹੋਇਆ। ਗੁਰੂ ਨਾਨਕ ਸਾਹਿਬ ਕਹਿੰਦੇ ਜਗਾਏ ਸੋਈ, ਉਸੇ ਨੇ ਤੈਨੂੰ ਜਗਾਣਾ। ਜਦੋਂ ਜਾਗੇਗਾ ਤੇ ਫਿਰ ਤੈਨੂੰ ਸਾਰਾ ਕੁਝ ਸਮਝ ਪੈ ਜਾਏਗਾ ਵੀ ਸੱਚ ਕੀ ਹੈ। ਅਰਜਨ ਦਾ ਲੜਕਾ ਮਰ ਗਿਆ ਅਭਿਮਨਿਊ ਜੰਗ ਦੇ ਮੈਦਾਨ ਵਿੱਚ। ਤਨਕ ਸੁੱਟ ਦਿੱਤਾ, ਕਹਿੰਦਾ ਮੈਂ ਤਾਂ ਨਹੀਂ ਲੜਦਾ, ਮੇਰਾ ਤਾਂ ਪੁੱਤ ਮਰ ਗਿਆ, ਰੋਈ ਜਾਏ, ਦੁਹਾਈ ਪਾਈ ਜਾਵੇ। ਭਗਵਾਨ ਕ੍ਰਿਸ਼ਨ ਜੀ ਕਹਿੰਦੇ ਅਰਜਨ ਹੋਸ਼ ਕਰ, ਤੂੰ ਸੂਰਮਾ ਜੰਗ ਦੇ ਮੈਦਾਨ 'ਚ ਖੜਾ, ਤੇ ਜੰਗ ਦੇ ਮੈਦਾਨ 'ਚ ਆਹੀ ਕੁਝ ਹੁੰਦਾ ਜਾਂ ਮਰਦੇ ਨੇ ਜਾਂ ਮਾਰੀਦੇ ਨੇ। ਕਹਿੰਦਾ ਨਹੀਂ, ਮੇਰਾ ਪੁੱਤ ਸੀ ਮਾਰਿਆ ਗਿਆ। ਕਹਿੰਦੇ ਜਾ ਫਿਰ ਉਹ ਸਾਹਮਣੇ ਟੁਰਿਆ ਜਾਂਦਾ, ਲੈ ਆ ਜੇ ਆਉਂਦਾ ਤੇਰੀ ਆਵਾਜ਼ ਸੁਣ ਕੇ। ਅਰਜਨ ਨੂੰ ਇੱਕਦਮ ਦਿਸਿਆ, ਜਿਉਂ ਦੌੜਿਆ ਪਿੱਛੇ, ਆਵਾਜ਼ਾਂ ਮਾਰੇ ਬੇਟਾ ਠਹਿਰ, ਮੈਂ ਤੇਰਾ ਪਿਤਾ ਹਾਂ। ਰੋਈ ਜਾਵੇ, ਚੀਖ ਝਿਹਾੜਾ ਪਾਈ ਜਾਵੇ, ਉਹ ਠਹਿਰ, ਤੂੰ ਇੰਨਾ ਨਿਰਮੋਹੀ ਹੋ ਕੇ ਕਿਉਂ ਟੁਰਿਆ ਜਾਂਦਾ। ਉਹ ਰੁਕੇ ਨਾ, ਉਹ ਹੋਰ ਤੇਜ਼ੀ ਨਾਲ ਟੁਰਨ ਲੱਗ ਪਿਆ, ਪਿੱਛੇ ਪਿੱਛੇ ਦੌੜਿਆ ਜਾਵੇ, ਉਹ ਠਹਿਰ। ਅਖੀਰ ਨੂੰ ਰੁਕ ਗਿਆ। ਕਹਿਣ ਲੱਗਾ ਹਾਂ ਜੀ ਦੱਸੋ ਕੌਣ। ਕਹਿੰਦਾ ਮੈਂ ਤੇਰਾ ਪਿਤਾ ਹਾਂ। ਉਹ ਅੱਗੋਂ ਬੋਲਿਆ, ਕਹਿਣ ਲੱਗਾ ਕਿਸ ਜਨਮ ਦੀ ਗੱਲ ਕਰਦਾ ਹੈ। ਕਈ ਵਾਰ ਮੈਂ ਤੇਰਾ ਪਿਤਾ ਬਣਿਆ ਤੇ ਤੂੰ ਮੇਰਾ ਪੁੱਤ ਬਣਿਆ, ਤੂੰ ਕਿਹੜੇ ਜਨਮ ਦੀ ਗੱਲ ਕਰਦਾ ਹੈ। ਜਿਹੜਾ ਜਨਮ ਮੈਂ ਹੁਣੇ ਹੁਣੇ ਛੱਡ ਕੇ ਆਇਆ। ਇੱਕਦਮ ਸੋਝੀ ਆ ਗਈ ਵੀ ਇਹ ਸਭ ਸੰਸਾਰ ਦੀ ਖੇਡ ਹੈ। ਇਹ ਮਮਤਾ ਮੋਹ ਜੀਵਾਂ ਦੇ ਹਿਰਦਿਆਂ 'ਚ ਉਦਾਂ ਹੀ ਝੂਠਾ ਉਪਜਿਆ ਹੋਇਆ। ਗੁਰੂ ਖਾਲਸਾ ਜੀ ਮਹਾਰਾਜ ਜੀ ਕਹਿੰਦੇ ਜੇ ਉਹ ਪ੍ਰਮਾਤਮਾ ਜਗਾਵੇ ਤੂੰ ਤਾਂ ਜਾਗ ਸਕਦਾ। ਜਾਗ ਪਈਏ ਇਸੇ ਕਰਕੇ ਅਸੀਂ ਅੰਮ੍ਰਿਤ ਵੇਲੇ ਉੱਠਦੇ ਹਾਂ, ਸਾਧਨਾ ਕਰਦੇ ਹਾਂ।
ਗੁਰਬਾਣੀ ਪੜ੍ਹਦੇ ਆ, ਨਿਤਨੇਮ ਕਰਦੇ ਆ ਵੀ ਅਸੀਂ ਜਾਗ ਪਈਏ। ਖਾਲਸਾ ਜੀ, ਜਾਗਿਆ ਉਹ ਨਹੀਂ ਹੁੰਦਾ ਜਿਹੜਾ ਤਰਕਾਂ ਕਰੀ ਜੇ। ਅੱਜ ਕੱਲ ਪਤਾ ਕੀ ਕਹਿੰਦੇ ਆ, ਜਿਹੜਾ ਬਹੁਤੇ ਸਵਾਲ ਕਰੇ, ਜਿਹੜਾ ਬਹੁਤੀਆਂ ਤਰਕਾਂ ਘਰੋੜੇ, ਕਹਿੰਦੇ ਜੀ ਇਹ ਜਾਗਰੂਕ ਲਾਣਾ ਹੈ, ਇਹ ਜਾਗ ਪਏ ਨੇ ਜੀ ਤਾਂ ਇਹ ਬਹੁਤੇ ਸਵਾਲ ਕਰਦੇ ਆ। ਖਾਲਸਾ ਜੀ, ਜਾਗੇ ਹੋਏ ਦੀ ਨਿਸ਼ਾਨੀ ਮਹਾਰਾਜ ਗੁਰੂ ਹਰਿਰਾਏ ਸਾਹਿਬ ਨੇ ਦੱਸੀ ਹੈ, ਸਤਵੇਂ ਪਾਤਸ਼ਾਹ ਨੇ, ਵੀ ਜਿਹੜਾ ਕੋਈ ਜਾਗ ਪਿਆ ਉਹਦੀ ਜਾਗੇ ਹੋਏ ਦੀ ਨਿਸ਼ਾਨੀ ਕੀ ਹੈ। ਮਹਾਰਾਜ ਗੁਰੂ ਹਰਿਰਾਏ ਸਾਹਿਬ ਸਤਵੇਂ ਪਾਤਸ਼ਾਹ ਫਰਮਾਉਂਦੇ ਹੈ, ਮਨ ਜਾਗਾ ਕਿ ਇਹ ਨਿਸ਼ਾਨੀ, ਪਰਿਆ ਲਾਗਾ ਸਤਿਗੁਰ ਕੀ ਬਾਣੀ। ਜਾਗੇ ਹੋਏ ਮਨਾਂ ਦੀ ਇਹ ਨਿਸ਼ਾਨੀ ਹੈ, ਜਿਹੜੇ ਜਾਗ ਪਏ ਨੇ ਉਹਨਾਂ ਨੂੰ ਸਤਿਗੁਰਾਂ ਦੀ ਬਾਣੀ ਬੜੀ ਪਿਆਰੀ ਤੇ ਮਿੱਠੀ ਲੱਗਣ ਲੱਗ ਪੈਂਦੀ ਹੈ। ਸਤਿ ਸ੍ਰੀ ਅਕਾਲ। ਉਹ ਸ਼ੰਕਿਆਂ ਕਿੰਤੂਆਂ ਪਰੰਤੂਆਂ ਵਿੱਚ ਨਹੀਂ ਪੈਂਦੇ, ਉਹ ਤਰਕਾਂ ਕੁਤਰਕਾਂ ਖੋਟੀਆਂ ਵਿੱਚ ਨਹੀਂ ਪੈਂਦੇ, ਉਹ ਤਾਂ ਗੁਰਬਾਣੀ ਦਾ ਰਸ ਲੈਂਦੇ ਆ ਜਿਹੜੇ ਜਾਗ ਪੈਂਦੇ ਹਨ। ਸੋ ਮਹਾਰਾਜ ਜੀ ਇੱਥੇ ਕਹਿੰਦੇ ਆ, ਭਾਈ ਜਿਹੜੀ ਸਤਿਗੁਰਾਂ ਦੀ ਬਾਣੀ ਹੈ ਜਗਾਉਣ ਵਾਲੀ ਹੈ। ਜਿਸ ਤੇ ਸੁੱਤਾ ਨਾਨਕਾ, ਹੇ ਭਾਈ ਜਿਸ ਪਰਮਾਤਮਾ ਵੱਲੋਂ ਤੂੰ ਸੁੱਤਾ ਹੋਇਆ, ਗੁਰੂ ਨਾਨਕ ਸਾਹਿਬ ਕਹਿੰਦੇ ਜਗਾਏ ਸੋਈ, ਉਸੇ ਨੇ ਤਰਸ ਕਰਕੇ ਤੈਨੂੰ ਜਗਾਉਣਾ ਹੈ। ਜੇ ਕਰ ਬੂਝੇ ਆਪਣਾ ਤਾਂ ਨੀਂਦ ਨਾ ਹੋਈ। ਕਹਿੰਦੇ ਜਿਨ੍ਹਾਂ ਨੂੰ ਆਪਣੇ ਘਰ ਦੀ ਸੋਝੀ ਹੋ ਜੇ ਨਾ ਵੀ ਮੇਰਾ ਘਰ ਕਿਹੜਾ ਹੈ, ਕਹਿੰਦੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਫਰਮਾਉਂਦੇ, ਫਿਰ ਉਹ ਨੀਂਦ ਵਸ ਨਹੀਂ ਹੁੰਦੇ, ਉਹ ਅਗਿਆਨਤਾ ਦੀ ਨੀਂਦ 'ਚ ਨਹੀਂ ਸੌਂਦੇ। ਜਿਹੜੇ ਆਪਣੇ ਨਿਜ ਘਰ ਨੂੰ ਬੁੱਝ ਲੈਣ, ਜਾਣ ਲੈਣ ਵੀ ਮੇਰਾ ਘਰ ਕਿਹੜਾ। ਡਾਕਟਰ ਭਾਈ ਵੀਰ ਸਿੰਘ ਜੀ ਦਾ ਬੜਾ ਸੋਹਣਾ ਕਥਨ ਹੈ। ਭਾਈ ਸਾਹਿਬ ਲਿਖਦੇ ਹੈ, ਉਹ ਕਹਿੰਦੇ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਕਰ ਆਰਾਮ ਨਹੀਂ ਬਹਿੰਦੇ, ਨਿਹੋ ਵਾਲੇ ਨੈਣਾ ਦੀ ਨੀਂਦਰ, ਉਹ ਦਿਨੇ ਰਾਤ ਪਏ ਬਹਿੰਦੇ। ਜਿਨ੍ਹਾਂ ਦੇ ਹਿਰਦੇ 'ਚ ਖਿੱਚ ਆ ਗਈ ਵੀ ਅਸੀਂ ਪ੍ਰਮਾਤਮਾ ਨੂੰ ਮਿਲਣਾ, ਫਿਰ ਉਹਨਾਂ ਨੂੰ ਨੀਂਦ ਨਹੀਂ ਵਿਆਪਦੀ। ਜਿਵੇਂ ਝਰਨਾ ਵਗਦਾ ਤੇ ਸਮੁੰਦਰ ਨੂੰ ਮਿਲਣ ਵਾਸਤੇ ਖਿੱਚਿਆ ਹੋਇਆ, ਉਹ ਪਹਾੜਾਂ ਦੀਆਂ ਚੋਟੀਆਂ ਨੂੰ, ਕੰਦਰਾਵਾਂ ਨੂੰ, ਪੱਥਰਾਂ ਨੂੰ ਚੀਰਦਾ ਚਲਿਆ ਜਾਂਦਾ ਹੈ ਕਿ ਮੈਂ ਆਪਣੇ ਮੂਲ ਨੂੰ ਜਾ ਕੇ ਮਿਲਣਾ। ਇਸੇ ਤਰ੍ਹਾਂ ਜਿਨ੍ਹਾਂ ਨੂੰ ਆਪਣੇ ਘਰ ਦੀ ਸੋਝੀ ਹੋ ਗਈ ਨਾ, ਜੇ ਘਰ ਬੁੱਝਾ ਆਪਣਾ ਤਾਂ ਨੀਂਦ ਨਾ ਹੋਈ, ਤੇ ਫਿਰ ਉਹ ਅਗਿਆਨਤਾ ਤੇ ਅਵਿਦਿਆ ਦੀ ਨੀਂਦ ਵਿੱਚ ਨਹੀਂ ਸੌਂਦੇ। ਹੁਣ ਕੋਈ ਆਖੇ ਜੀ ਸੌਣਾ ਤੇ ਜਾਗਣਾ ਕੇਵਲ ਸਰੀਰ ਦੀ ਕਿਰਿਆ ਨਹੀਂ ਹੈ। ਸਰੀਰ ਕਰਕੇ ਅਸੀਂ ਸੌਂਦੇ ਵੀ 8-10 ਘੰਟੇ, ਜਾਗਦੇ ਵੀ ਹਾਂ, ਇਹ ਸਰੀਰ ਦਾ ਧਰਮ ਹੈ, ਚਾਹੀਦਾ ਹੈ। ਸਰੀਰ ਨੂੰ ਨੀਂਦ ਵੀ ਚਾਹੀਦੀ ਹੈ। ਜਾਗਣਾ ਤੇ ਸੌਣਾ ਸਰੀਰ ਦੀ ਪ੍ਰਕਿਰਿਆ ਵੀ ਹੈ, ਪਰ ਜਾਗਣਾ ਤੇ ਸੌਣਾ ਸਾਡੀ ਸੁਰਤ ਦੀ ਪ੍ਰਕਿਰਿਆ ਵੀ ਹੈ। ਸਰੀਰ ਕਰਕੇ ਹੁਣ ਵੀ ਆਪਾਂ ਸਾਰੇ ਇੱਥੇ ਜਾਗੇ ਬੈਠੇ ਆਂ, ਪਰ ਕਿਸੇ ਦੀ ਸੁਰਤ ਜਾਗੀ ਹੋਵੇ, ਐਸਾ ਕਿਤੇ ਹੀ ਸੱਚ ਹੋ ਸਕਦਾ ਵੀ ਕਿਸੇ ਦੀ ਸੁਰਤ ਵੀ ਜਾਗੀ ਹੋਵੇ। ਸੁਰਤ ਕਰਕੇ ਸ਼ਾਇਦ ਅਸੀਂ ਸੁੱਤੇ ਹੀ ਪਏ ਹੋਈਏ। ਮਹਾਰਾਜ ਜੀ ਸਾਨੂੰ ਸੁਰਤ ਕਰਕੇ ਜਗਾਉਂਦੇ ਹਨ। ਇਸ ਕਰਕੇ ਕਹਿੰਦੇ ਭਾਈ ਜਿਨ੍ਹਾਂ ਨੂੰ ਆਪਣੇ ਘਰ ਦੀ ਸੋਝੀ ਹੋ ਜਾਏ, ਫਿਰ ਉਹ ਅਵਿਦਿਆ ਦੀ ਨੀਂਦ ਵਿੱਚ ਨਹੀਂ ਸੌਂਦੇ। ਜੇ ਚਲਦਾ ਲੈ ਚੱਲਿਆ ਕਿਛ ਸੰਪੈ ਨਾਲੇ। ਮਹਾਰਾਜ ਜੀ ਕਹਿੰਦੇ ਜੇ ਤੂੰ ਚੱਲਿਆ ਸੰਸਾਰ ਤੋਂ, ਤੇਰੇ ਨਾਲ ਜੇ ਕੁਝ ਚੱਲਦਾ ਤਾਂ ਲੈ ਜਾ। ਸਾਰੀ ਜ਼ਿੰਦਗੀ ਜੋ ਇਹਦੀ ਸੰਪੈ ਵਿਭੂਤੀ ਇਕੱਠੀ ਕੀਤੀ ਹੈ, ਮਰਨ ਲੱਗਾ ਲੈ ਜਾ ਨਾਲ। 2-4 ਛਿੱਲੜ ਜੇਬਾਂ 'ਚ ਪਾ ਕੇ, ਅਗਲੇ ਤਾਂ ਕਫਨ ਨੂੰ ਜੇਬ ਵੀ ਨਹੀਂ ਲਵਾਉਂਦੇ। ਲੈ ਜਾ ਜੇ ਨਾਲ ਕੁਝ ਲਿਜਾਇਆ ਜਾ ਸਕਦਾ ਤੇਰੇ ਪਾਸੋਂ। ਸਾਰੀ ਜ਼ਿੰਦਗੀ ਕਹਿੰਦਾ ਰਿਹਾ ਮੇਰਾ ਮੇਰਾ ਮੇਰਾ, ਆਈ ਮੌਤ ਸਰ ਪਰ ਨਾ ਮੇਰਾ ਨਾ ਤੇਰਾ। ਮਹਾਰਾਜ ਗੁਰੂ ਨਾਨਕ ਸਾਹਿਬ ਦੀ ਬਚਨ ਹੈ ਨਸੀਹਤਨਾਮੇ ਦੇ, ਆਈ ਮੌਤ ਸਰ ਪਰ ਨਾ ਮੇਰਾ ਨਾ ਤੇਰਾ, ਦੁਨੀਆ ਕਾ ਦੀਵਾਨਾ ਕਹੈ ਮੁਲਕ ਮੇਰਾ, ਆਈ ਮੌਤ ਸਰ ਪਰ ਨਾ ਮੇਰਾ ਨਾ ਤੇਰਾ। ਨਾ ਰਹਿਸੀ ਹਜ਼ਾਰੀ ਨਾ ਰਹਿਸੀ ਕਰੋੜ। ਮਹਾਰਾਜ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਮੋਹਿਆ ਹੋਇਆ ਦੁਨੀਆ ਦਾ, ਕਹਿੰਦਾ ਆ ਵੀ ਮੇਰਾ ਤੇਰਾ ਮੇਰਾ। ਕਹਿੰਦੇ ਜਦੋਂ ਮੌਤ ਆਈ ਨਾ ਮੇਰਾ ਨਾ ਤੇਰਾ। ਪਾਤਸ਼ਾਹ ਕਹਿੰਦੇ ਲੈ ਜਾ ਜੇ ਕੁਝ ਚੱਲਦਾ ਨਾਲ। ਏਬਨਾਬਾਦ ਨਗਰ ਦੇ ਮਕਾਨ ਭਰੇ ਪਏ ਨੇ, ਇੱਥੇ ਹੀ ਸੋਹਣੇ ਮਹਿਲ ਤੇ ਮੰਡਪ ਮਾੜੀਆਂ ਇੱਥੇ ਰਹਿ ਗਏ।
ਕਿੱਥੇ ਚਲੇ ਗਏ ਉਹ ਜਾਨੀ ਜਿਹੜੇ ਇਹਨਾਂ ਘਰਾਂ ਵਿੱਚ ਰਹਿੰਦੇ ਸਨ? ਮਹਿਲ ਨਸਖਣ ਕਰਕੇ ਕਿੱਥੇ ਚਲੇ ਗਏ, ਕਿੱਥੇ ਵਿਦਾ ਹੋ ਗਏ? ਪਾਤਸ਼ਾਹ ਕਹਿੰਦੇ ਤੂੰ ਹਾਲੇ ਵੀ ਨਹੀਂ ਚੇਤਦਾ? ਤੇਰੇ ਨਾਲ ਦੇ ਤੂੰ ਚੱਲਦੇ ਵੇਖ ਲੈ ਨੇ, ਇੱਕ ਚੱਲੇ ਇੱਕ ਚੱਲ ਗਏ, ਰਹਿੰਦੇ ਭੀ ਫੁਨ ਜਾਏ, ਤੇ ਤੂੰ ਹਾਲੇ ਵੀ ਆਪਣੇ ਆਪ ਨੂੰ ਸਥਿਰ ਮੰਨਦਾ ਵੀ ਮੈਂ ਸਦਾ ਰਹਿਣਾ? ਗਰੀਬ ਨਵਾਜ ਪਾਤਸ਼ਾਹ ਸੁਚੇਤ ਕਰਦੇ, ਸਾਵਧਾਨ ਕਰਦੇ, ਭਾਈ ਜੇ ਚੱਲਦਾ ਲੈ ਚੱਲਿਆ, ਜੇ ਚੱਲਦਾ ਤੇਰੇ ਨਾਲ ਕੁਝ ਲੈ ਕੇ ਜਾਣ ਨੂੰ ਤਾਂ ਲੈ ਜਾ, ਕਿਛ ਸੰਪੈ ਨਾਲੇ ਲੈ ਜਾ, ਕੁਝ ਸੰਪੈ ਵਿਭੂਤੀ ਆਪਣੇ ਨਾਲ। ਹਾਂਜੀ, ਤਾਂ ਤਨ ਸੰਚੋ ਦੇਖ ਕੇ ਬੂਝੋ ਵਿਚਾਰੇ। ਮਹਾਰਾਜ ਜੀ ਕਹਿੰਦੇ ਵਿਚਾਰ ਕਰਕੇ ਬੁੱਝ ਜਾਣ ਵੀ ਜੇ ਸੰਪੈ ਜਿਹੜੀ ਤੂੰ ਇਕੱਠੀ ਕਰ ਰਿਹਾ, ਵੀ ਜੇ ਤੇਰੇ ਨਾਲ ਚੱਲਣੀ ਆ ਤੇ ਫਿਰ ਲੈ ਲੈ, ਇਕੱਠੀ ਕਰ ਲੈ ਜਿੰਨੀ ਹੁੰਦੀ ਹੈ, ਵਿਹਾਜ ਲੈ ਜਿੰਨੀ ਵਿਹਾਜੀ ਜਾਂਦੀ ਹੈ। ਪਾਤਸ਼ਾਹ ਕਹਿੰਦੇ ਵਿਚਾਰ ਕਰਕੇ ਬੁੱਝ, ਆਪਣੇ ਅੰਦਰ ਚੰਗੀ ਤਰ੍ਹਾਂ ਖੋਜ ਕਰਕੇ ਵੇਖ ਕੀ ਚੱਲਿਆ ਤੇਰੇ ਨਾਲ, ਕੀ ਜਾਵੇਗਾ ਤੇਰੇ ਨਾਲ। ਵਣਜ ਕਰੋ ਮਕਸੂਦ ਲੈ ਹੋ, ਮਤ ਪਛੋਤਾਵੋ। ਮਹਾਰਾਜ ਜੀ ਕਹਿੰਦੇ ਆ ਵਣਜ ਕਰ ਲੋ, ਸੱਚਾ ਵਣਜ, ਲਾਹਾ ਖੱਟ ਲੋ ਲਾਹਾ, ਮੁੜ ਕੇ ਫਿਰ ਕਿਤੇ ਪਛਤਾਵਾ ਨਾ ਕਰਨਾ ਪੈ ਜੇ ਵੀ ਮੈਂ ਕੁਝ ਨਹੀਂ ਖੱਟ ਸਕਿਆ। ਪਾਤਸ਼ਾਹ ਕਹਿੰਦੇ ਵਣਜ ਕਰੋ ਮਕਸੂਦ ਲਹੋ, ਵਣਜ ਕਰਕੇ ਖਰਾ ਸੌਦਾ, ਇਹ ਖਰਾ ਧਨ, ਇਹ ਖਰਾ ਵਣਜ ਆਪਣੇ ਨਾਲ ਵਿਹਾਜ ਭਾਈ, ਜੇ ਇਹ ਲੈ ਕੇ ਜਾਵੇਂਗਾ ਮਤ ਪਛੋਤਾਵੋ, ਫਿਰ ਤੈਨੂੰ ਪਛਤਾਵਾ ਨਹੀਂ ਕਰਨਾ ਪਵੇਗਾ, ਫਿਰ ਤੈਨੂੰ ਪਛਤਾਤਾਪ ਦੀ ਅੱਗ 'ਚ ਨਹੀਂ ਸੜਨਾ ਪਵੇਗਾ। ਔਗਣ ਛੋਡੋ ਗੁਣ ਕਰੋ, ਐਸੇ ਤਤ ਪਰਾਵੋ। ਪਾਤਸ਼ਾਹ ਕਹਿੰਦੇ ਆ ਔਗਣਾਂ ਨੂੰ ਛੱਡ ਬਈ, ਔਗਣਾਂ ਨੂੰ, ਗੁਣਾਂ ਨੂੰ ਇਕੱਤਰ ਕਰ। ਖਾਲਸਾ ਜੀ ਅਸੀਂ ਔਗਣ ਇਕੱਠੇ ਕਰਦੇ ਆਂ, ਗੁਣ ਨਹੀਂ ਮਾਫ ਕਰਨਾ, ਸਾਨੂੰ ਖਾਮੀਆਂ ਦਿਸਦੀਆਂ ਨੇ। ਸਾਡੀ ਫਿਤਰਤ ਹੀ ਇਹ ਬਣ ਗਈ ਵੀ ਕਮੀ ਕਿੱਥੇ ਆ ਉਹ ਲੱਭੀਏ, ਖਾਮੀ ਕਿੱਥੇ ਆ ਉਹ ਲੱਭੀਏ, ਸਾਡਾ ਸੁਭਾਅ ਹੀ ਇਹ ਹੈ। ਗੁਣ ਅਗਲੇ 'ਚ 100 ਹੋਣ ਨਹੀਂ ਨਜ਼ਰ ਆਉਣੇ, ਇੱਕ ਔਗਣ ਹੋਵੇਗਾ ਸਾਨੂੰ ਉਹ ਛੇਤੀ ਦਿਸੇਗਾ, 100 ਗੁਣ ਨਹੀਂ ਜੇ ਦਿਸਣੇ। ਪਾਤਸ਼ਾਹ ਕਹਿੰਦੇ ਆ ਔਗਣ ਇਕੱਠੇ ਨਾ ਕਰੋ ਤਾਂ ਪਹਿਲਾਂ ਹੀ ਬਥੇਰੇ ਨੇ ਤੁਹਾਡੇ ਅੰਦਰ, ਗੁਣ ਇਕੱਠੇ ਕਰੋ ਜਿਨ੍ਹਾਂ ਦਾ ਤੁਹਾਡੇ ਅੰਦਰ ਕਾਲ ਪਿਆ ਹੋਇਆ, ਕਾਲ, ਗੁਣ ਇਕੱਠੇ ਕਰੋ। ਇੱਕ ਵਿਅਕਤੀ ਸੀ, ਕਿਸੇ ਨੇ ਉਹਨਾਂ ਦੇ ਨਗਰ ਦੇ ਵਿੱਚ ਜਦੋਂ ਵੀ ਕੋਈ ਸਮਾਗਮ ਪ੍ਰੋਗਰਾਮ ਕਰਾਉਣਾ, ਉਹਦਾ ਸੁਭਾਅ ਸੀ ਉਹਨੇ ਆਉਣਾ, ਆ ਕੇ ਪਹਿਲਾਂ ਕਮੀਆਂ ਕੱਢਣੀਆਂ। ਆ ਤੁਸੀਂ ਟੈਂਟ ਸਹੀ ਨਹੀਂ ਲਾਇਆ, ਆ ਸਾਊਂਡ ਵਾਲਾ ਤੁਹਾਡਾ ਬੰਦਾ ਠੀਕ ਨਹੀਂ, ਆ ਤੁਸੀਂ ਬੰਦੇ ਸਹੀ ਨਹੀਂ ਬੁਲਾਏ, ਲੰਗਰ ਸਹੀ ਨਹੀਂ ਬਣਾਇਆ, ਆ ਦਰੀ ਸਹੀ ਨਹੀਂ ਵਿਛੀ, ਤੁਸੀਂ ਆ ਸਹੀ ਨਹੀਂ ਕੀਤਾ, ਉਹ ਸਹੀ ਨਹੀਂ ਕੀਤਾ। ਉਹ ਲੋਕ ਬੜੇ ਪਰੇਸ਼ਾਨ ਹੋ ਗਏ ਇਹਦੀਆਂ ਕਮੀਆਂ ਕੱਢਣ ਤੋਂ। ਉਹਨਾਂ ਨੇ ਜਿੰਨਾ ਵਧੀਆ ਕੰਮ ਕਰਨਾ, ਇਹਨੇ ਜਾ ਕੇ ਕਮੀ ਕੱਢ ਕੇ ਉਹਨਾਂ ਨੂੰ ਸ਼ਾਬਾਸ਼ ਤਾਂ ਕੀ ਦੇਣੀ, ਉਹਨਾਂ ਦਾ ਮਨ ਤੋੜ ਦੇਣਾ। ਉਹਨਾਂ ਨੇ ਕੀ ਕੀਤਾ ਵੀ ਇੱਕ ਦਿਨ ਸਾਰੀ ਜ਼ਿੰਮੇਵਾਰੀ ਇਹਨੂੰ ਦੇ ਦਿੱਤੀ ਵੀ ਇਹ ਤੂੰ ਸਭ ਪ੍ਰੋਗਰਾਮ ਤੈਂ ਕਰਾਉਣਾ, ਵੀ ਜਿਵੇਂ ਤੂੰ ਕਹੇਂਗਾ ਅਸੀਂ ਉੱਦਾਂ ਕਰਾਂਗੇ, ਆਪਣੀ ਮਰਜ਼ੀ ਨਾਲ ਕੁਝ ਨਹੀਂ ਕਰਨਾ। ਕਹਿੰਦਾ ਜੀ ਠੀਕ ਹੈ। ਹੁਣ ਜਿਹੜਾ ਵੀ ਕੰਮ ਕਿਸੇ ਨੇ ਕਰਨਾ ਹੋਵੇ ਇਹਨੂੰ ਆ ਕੇ ਪੁੱਛਣੇ, ਦੱਸੇ ਵੀ ਇਦਾਂ ਕਰ ਲਓ। ਟੈਂਟ ਵਾਲਾ ਪੁੱਛਣ ਉਹ ਫਲਾਣੇ ਨੂੰ ਲੈ ਆਓ, ਸਾਊਂਡ ਵਾਲਾ ਪੁੱਛਣ ਫਲਾਣੇ ਨੂੰ ਲੈ ਆਓ, ਲੰਗਰ ਪ੍ਰਸ਼ਾਦੇ ਨੂੰ ਪੁੱਛਣ ਤੇ ਦੱਸੇ ਵੀ ਆਹ ਚੀਜ਼ ਬਣਾ ਲਓ, ਫਲਾਣਾ ਹਲਵਾਈ ਕਰ ਲਓ। ਜਿਵੇਂ ਜਿਵੇਂ ਇਹਨੇ ਦੱਸਿਆ ਉਦਾਂ ਹੀ ਸਭ ਨੇ ਕੀਤਾ। ਜਦੋਂ ਸਾਰਾ ਪ੍ਰੋਗਰਾਮ ਹੋ ਨਿਬੜਿਆ, ਬਾਅਦ 'ਚ ਇਹਨੂੰ ਆ ਕੇ ਪੁੱਛਦੇ ਆ, ਕਹਿੰਦੇ ਆ ਹੁਣ ਤਾਂ ਨਹੀਂ ਕੋਈ ਕਮੀ ਰਹੀ? ਕਹਿਣ ਲੱਗਾ ਵੀ ਹੁਣ ਜਦੋਂ ਕਰਾਇਆ ਹੀ ਸਾਰਾ ਕੁਝ ਆਪ ਸੀ, ਹੁਣ ਆਪਣੇ ਕਰਾਏ ਕੰਮ ਦੇ ਵਿੱਚ ਕਮੀ ਕਿਵੇਂ ਕੱਢੇ? ਵੀ ਕਰਾਇਆ ਹੀ ਜੋ ਆਪ ਸੀ, ਜਿਵੇਂ ਜਿਵੇਂ ਕਿਹਾ ਉਦਾਂ ਸਭ ਨੇ ਕੀਤਾ, ਹੁਣ ਆਪਣੇ ਕਰਾਏ ਪ੍ਰੋਗਰਾਮ ਦੇ ਵਿੱਚ ਕਮੀ ਕਿਵੇਂ ਕੱਢੇ? ਫਿਰ ਵੀ ਹੁਣ ਬਿਰਤੀ ਸੀ ਨਾ ਵੀ ਨੁਕਸ ਤਾਂ ਕੱਢਣਾ ਹੀ ਕੱਢਣਾ, ਕਮੀ ਤਾਂ ਕੱਢਣੀ ਕੱਢਣੀ ਹੈ। ਕਹਿਣ ਲੱਗਾ ਕੋਈ ਏਡਾ ਵਧੀਆ ਪ੍ਰੋਗਰਾਮ ਵੀ ਨਹੀਂ ਹੋਣਾ ਚਾਹੀਦਾ ਵੀ ਜਿਹਦੇ 'ਚ ਕੋਈ ਕਮੀ ਨਾ ਹੋਵੇ।
यानी कि कमी फिर भी कढ़ दित्ती भी इन्ना वधिया प्रोग्राम भी नहीं होना चाहिए भी जिहदे च कोई कमी भी ना होवे। कहंदा तसल्ली नहीं हुई, कमी तो कोई ना कोई होनी चाहिए सी ना। यह आ मनुख की फितरत भी इन्हें कमी वेखणियां भी कमी मिलेगी कित्थे। मूँह विच 32 दंद ने साडे, एक दंद टुट जाए साडी जीभ मुड़ मुड़ के उस टुटे दंद वाली थां ते जांदी है भी ये कित्थे चला गया, ये क्यों नहीं है। ਜਿਹੜੇ बाकी दे 31 दंद ने वो सारे भुल जाते हैं, ਜਿਹੜਾ एक नहीं ना है बस उत्थे सारी सुरत टिक जानी है। 10 वस्तुआं परमेश्वर ने दित्तियां ने, एक ना देवे ते 10 भुल जांदियां ने, ਜਿਹੜੀ एक नहीं है वो रड़कती रहिंदी है भी ये क्यों नहीं है। क्योंकि साडी फितरत ये बन गई है, साडा सुभाव ये बन गया है। गरीबन बाग सच्चे पातशाह जी फरमाउंदे है, औगण छोड़ो गुण करो। औगण छड्डो, औगण तां पहले ही बथेरे ने, किन्ने किन्ने। महाराज जेता समुंद सागर नीर भरिया, तेते औगण हमारे हम अवगण भरे। एक गुण नहीं, औगण तां पहले ही बथेरे ने। महाराज जी कहंदे औगणा नूं छड्डो, गुण करो, गुणा नूं इकत्तर करो। ऐसे तत् परावो, इउं तुसीं उस तत् स्वरूप परमात्मा विच भेद होवोगे जदों औगणा नूं छड्ड के गुणा नूं इकत्तर करोगे। सहजे सहजे औगण छड्डदे जाओ ते गुणा नूं ग्रहण करदे चले जाओ। एक दिन ऐसा आवेगा औगण सारे ही दूर हो जाणगे, कल्ले गुण ही बाकी रह जाणगे। और जिस दिन कल्ले गुण रह जाणगे उस दिन वो गुणा दे मालक गुणी परमेश्वर च समाई हो जाएगी। उस दिन उस गुणा दे मालक परमेश्वर च अभेदता होवेगी। धर्म भूम सत बीज कर, ऐसी किरस कमाओ। महाराज जी कहंदे आ शरीर नूं धर्म दी भूमि बनाओ। ये धर्म दी भूमि है, ये शरीर कर्म भूमि है, धर्म भूमि है। इस धर्म की भूमि दे विच सच दा बीज बीजो। धर्म भूम सत बीज कर। आ शरीर नूं धर्म की भूमि बना के इहदे च परमेश्वर दे सच्चे नाम दा बीज बीज ऐसी किरस कमावो। पातशाह कहंदे इहो जी खेती करो। मन हाली किरसानी करनी, शर्म पानी तन खेत, नाम बीज संतोख सुहागा। रख गरीबी वेश, भाओ कर्म कर जमसी, से घर भागठ देख। पातशाह कहंदे अपने इस शरीर नूं धर्म की भूमि बना के इहदे च पार ब्रह्म परमेश्वर दे सच्चे नाम दा बीज बीज के ये खेती कमावो, ये खेती करो। तावा पारी जानियो लाहा ले जावो। कहंदे तां तुसी व्यापारी जाने जाओगे जदों इहो जी खेती करोगे, इहो जी फसल बीजोगे, फिर तुसी व्यापारी जाने जाओगे। और ये लाहा इस फसल दा तुसी लैके अपने निज घर विच निरंकार दे घर विच जाओगे। ये जिहड़ा लाहा है ये लैके तुसी अपने मालक दे अपने स्वामी दे घर विच जाओगे। कर्म होवे सतगुर मिले बूझे विचारा। कर्म दे दो अर्थ ने। संस्कृत विच जदों कर्म दे अर्थ करांगे ते कर्म दे अर्थ होणगे कर्म जो असी कर रहे हैं। फारसी विच जदों कर्म दे अर्थ करांगे ते फारसी च कर्म दा अर्थ होवेगा बख्शिश। महाराज जी कहंदे जदों परमेश्वर दी बख्शिश होवे, कर्म होवे, अकाल पुरख दी जदों बख्शिश होवे, सतगुर मिले तां सतगुरां दा मेल प्राप्त हुंदा। जे परमेश्वर दी किरपा होवे, अकाल पुरख दी किरपा होवे, परमेश्वर दी किरपा तो बिना गुरु नहीं जे मिलदा। अकाल पुरख की बख्शिश नाल सतगुरु जी मिलते ने बूझै विचारा। कहते फिर जदों गुरु पातशाह मिलते हैं फिर गुरु नूं मिल के विचार बुझी दी है भी तत्त विचार की है।
ਗੁਰੂ ਪਾਸੋਂ ਵਿਚਾਰ ਨੂੰ ਬੁੱਝ ਕੇ ਜਾਣੀਦਾ ਹੈ। ਨਾਮ ਵਖਾਣੇ ਸੁਣੇ ਨਾਮ ਨਾਮੇ ਬਿਵਹਾਰਾ। ਰੱਬ ਦੇ ਪਿਆਰੇ ਆਪਣੀ ਰਸਨਾ ਤੋਂ ਨਾਮ ਵਖਾਣਦੇ ਨੇ। ਸਤਿਨਾਮ ਵਾਹਿਗੁਰੂ 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 ਸਤਿਨਾਮ ਵਾਹਿਗੁਰੂ। ਨਾਮ ਵਖਾਣੈ ਸੁਣੈ ਨਾਮ ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਇਹ ਵਖਾਣਦੇ ਐ ਤੇ ਕੰਨਾਂ ਨਾਲ ਵੀ ਸੁਣਦੇ ਆ ਵਾਹਿਗੁਰੂ। ਹਰ ਕਾ ਨਾਮ ਧਿਆਏ ਸੁਣ। ਨਾਮ ਜਪਣ ਦਾ ਤਰੀਕਾ ਹੈ ਰਸਨਾ ਤੋਂ ਬੋਲੋ ਤੇ ਕੰਨਾਂ ਤੋਂ ਸੁਣੋ। ਇੰਨੀ ਕੁ ਆਵਾਜ਼ ਜਿਹੜੀ ਤੁਹਾਡੇ ਕੰਨਾਂ ਨੂੰ ਹੀ ਸੁਣੇ, ਲਾਗੇ ਬੈਠੇ ਨੂੰ ਨਾ ਸੁਣੇ, ਇੰਨੀ ਕੁ ਧੀਮੀ ਆਵਾਜ਼ ਹੋਵੇ। ਨਾਮ ਵਖਾਣੋ ਤੇ ਨਾਮ ਹੀ ਸੁਣਦੇ ਨੇ ਰੱਬ ਦੇ ਪਿਆਰੇ। ਨਾਮੇ ਵਿਵਹਾਰਾ। ਨਾਮ ਦਾ ਹੀ ਵਿਵਹਾਰਾ ਦਾ ਮਤਲਬ ਹੁੰਦਾ ਵਪਾਰ ਕਰਨਾ। ਹੁਣ ਨਾਮ ਦਾ ਵਪਾਰ ਕਿਵੇਂ ਹੁੰਦਾ? ਨਾਮ ਦਾ ਵਪਾਰ ਹੁੰਦਾ ਵੀ ਆਪ ਜਪਣਾ ਤੇ ਦੂਜਿਆਂ ਨੂੰ ਜਪਾਉਣਾ। ਇਹਨੂੰ ਕਹਿੰਦੇ ਆ ਨਾਮ ਦਾ ਵਪਾਰ ਕਰਨਾ। ਜਿਵੇਂ ਮਹਾਰਾਜ ਜੀ ਕਹਿੰਦੇ ਆ ਨਾ, ਹਾਣ ਹੱਟ ਕਰ ਆਰਜਾ ਸੱਚ ਨਾਮ ਕਰ ਵੱਥ। ਕਹਿੰਦੇ ਭਾਈ ਸੁਰਤ ਸੋਚ ਕਰ ਭਾਂਡ ਸਾਲ ਤਿਸ ਵਿੱਚ ਤਿਸ ਨੂੰ ਰੱਖ। ਵਣ ਜਾ ਰਿਆਂ ਸਿਓ ਵਣਜ ਕਰ ਲੈ ਲਾਹਾ ਮਨ ਹੱਸ। ਜਦੋਂ ਕੋਈ ਜਗਿਆਸੂ ਆਵੇ ਉਹਦੇ ਨਾਲ ਬਹਿ ਕੇ ਜਪਣਾ ਤੇ ਜਪਾਉਣਾ, ਇਹ ਨਾਮ ਦਾ ਵਪਾਰ ਹੈ। ਖਾਲਸਾ ਜੀ ਅੱਜ ਕੱਲ੍ਹ ਤਾਂ ਨਾਮ ਦੇ ਉੱਤੇ ਵਪਾਰ ਹੋਣ ਲੱਗ ਪਿਆ। ਆਓ ਤੁਹਾਨੂੰ ਨਾਮ ਜਪਣ ਦੇ ਤਰੀਕੇ ਦੱਸਣੇ ਆ। ਵੱਡੇ ਵੱਡੇ ਕੇਂਦਰ ਬਣ ਗਏ ਨੇ ਜਿੱਥੇ ਨਾਮ ਜਪਣ ਦਾ ਤਰੀਕਾ ਦੱਸਿਆ ਜਾਂਦਾ ਵੀ ਇਦਾਂ ਜਪੋ, ਉੱਥੇ ਵਪਾਰ ਚੱਲਦਾ। ਵੱਡੇ ਵੱਡੇ ਡੇਰੇ ਬਣ ਗਏ। ਆਓ ਤੁਹਾਨੂੰ ਨਾਮ ਦੇਈਏ, ਤੁਹਾਨੂੰ ਨਾਮ ਦੇਈਏ। ਉਹ ਵਪਾਰ ਚੱਲ ਪਏ ਸੰਸਾਰ ਵਿੱਚ। ਨਾਮ ਦਾ ਵਪਾਰ ਤਾਂ ਇਹ ਸੀ ਵੀ ਆਪ ਜਪੋ ਤੇ ਦੂਜਿਆਂ ਨੂੰ ਜਪਾਓ। ਜੇ ਕੋਈ ਆਖੇ ਕੀ ਤਰੀਕਾ ਤਾਂ ਮਹਾਰਾਜ ਜੀ ਕਹਿੰਦੇ ਆ ਜਿਵੇਂ ਧਰੂ ਤੇ ਪ੍ਰਹਿਲਾਦ ਨੇ ਜਪਿਆ ਇਹ ਤਰੀਕਾ, ਪ੍ਰੇਮ ਨਾਲ ਸਮਰਪਣ ਭਾਵ ਨਾਲ ਇਹ ਪ੍ਰਕਾਰ ਹੈ। ਤੋ ਨਾਮ ਨੂੰ ਜਪਣਾ, ਨਾਮ ਨੂੰ ਸੁਣਨਾ ਤੇ ਨਾਮ ਦਾ ਹੀ ਵਿਵਹਾਰ ਕਰਨਾ ਹੈ। ਜਿਉ ਲਾਹਾ ਟੋਟਾ ਤਿਵੇਂ ਵਾਟ ਚਲਦੀ ਆਈ। ਖਾਲਸਾ ਜੀ ਦੋ ਚੀਜ਼ਾਂ ਨੇ ਸੰਸਾਰ ਵਿੱਚ, ਇੱਕ ਲਾਭ ਤੇ ਦੂਜਾ ਨੁਕਸਾਨ। ਇਹ ਦੋਵੇਂ ਹੀ ਚੱਲਦੇ ਆ ਰਹੇ ਨੇ ਸੰਸਾਰ 'ਚ। ਜਿਵੇਂ ਲਾਹਾ ਹੁੰਦਾ ਟੋਟਾ ਵੀ ਤਿਵੇਂ ਹੀ ਆ, ਹਾਨੀ ਵੀ ਤਿਵੇਂ ਆ, ਨੁਕਸਾਨ ਵੀ ਹੈ। ਐਸਾ ਤਾਂ ਨਹੀਂ ਵੀ ਇਕੱਲਾ ਲਾਭ ਹੀ ਲਾਭ ਹੁੰਦਾ। ਸੰਸਾਰ ਵਿੱਚ ਲਾਭ ਤੇ ਨੁਕਸਾਨ ਦੋਵੇਂ ਹੀ ਨੇ। ਪਰ ਇੱਕ ਨਾਮ ਦਾ ਵਣ ਜੈਸਾ ਹੈ ਜਿਹਦੇ 'ਚ ਕੇਵਲ ਲਾਹਾ ਹੀ ਲਾਹਾ ਹੈ, ਟੋਟਾ ਕੋਈ ਨਹੀਂ, ਘਾਟਾ ਕੋਈ ਨਹੀਂ, ਟੋਟਾ ਕੋਈ ਨਹੀਂ। ਬਾਕੀ ਸੰਸਾਰ ਦੇ ਵਿੱਚ ਦੋ ਰਾਹ ਵਾਟ ਚੱਲਦੇ ਆਉਂਦੇ ਆ। ਕੁਝ ਲਾਹਾ ਲੈਣ ਵਾਲੇ ਨੇ, ਲਾਹਾ ਲੈ ਕੇ ਚਲੇ ਜਾਂਦੇ ਨੇ। ਕੁਝ ਐਸੇ ਨੇ ਜਿਹੜੇ ਟੋਟਾ ਕਰਕੇ, ਯਾਨੀ ਕਿ ਆਪਣਾ ਸਭ ਕੁਝ ਉਜਾੜ ਕੇ ਸੰਸਾਰ ਵਿੱਚ ਆਪਣੀ ਜ਼ਿੰਦਗੀ ਨੂੰ ਅਜਾਈਂ ਬਤੀਤ ਕਰਕੇ ਚਲੇ ਜਾਂਦੇ ਹਨ। ਜੋ ਤਿਸ ਭਾਵੈ ਨਾਨਕਾ ਸਾਈ ਵਡਿਆਈ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਕਿ ਜੋ ਤਿਸ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਨੂੰ ਭਾਵੇ, ਇਹ ਉਸੇ ਦੀ ਵਡਿਆਈ ਹੈ। ਜਿਵੇਂ ਉਹਨੂੰ ਭਾਵੇ ਉਹੀ ਵਡਿਆਈ ਹੈ। ਜੋ ਉਹਨੂੰ ਚੰਗਾ ਲੱਗੇ ਉਹੀ ਭਲਾ ਹੈ। ਇਹ ਸ਼ਬਦ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਨੇ ਉਚਾਰਨ ਕੀਤਾ। ਦੋਹਰਾ
इस विद शब्द उचार कै बैठ रहे गत देन। ਬਾਬਰ ਬਾਣੀ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਖੀਰਲਾ ਸ਼ਬਦ ਉਚਾਰਿਆ ਏਮਨਾਬਾਦ ਨਗਰ ਵਿੱਚ। ਪਹਿਲਾਂ ਵੀ ਸ਼ਬਦ ਉਚਾਰੇ ਹਨ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਭਉ ਤੇਰਾ ਭਾਂਗ ਖਲੜੀ ਮੇਰਾ ਚੇਤ। ਕਹਾਂ ਸੋ ਖੇਲ ਤਬੇਲਾ ਘੋੜੇ, ਕਹਾਂ ਭੇਰੀ ਸਹਿਨਾਈ। ਇਹ ਸ਼ਬਦ ਪਿੱਛੇ ਮਹਾਰਾਜ ਜੀ ਉਚਾਰ ਆਏ ਹਨ। ਇਹ ਸ਼ਬਦ ਪਾਤਸ਼ਾਹ ਨੇ ਉਚਾਰਿਆ, ਉਚਾਰ ਕੇ ਉਸੇ ਜਗ੍ਹਾ ਤੇ ਏਮਨਾਬਾਦ ਨਗਰ ਵਿੱਚ ਮੁਕਤੀ ਦਾਤੇ ਸਤਿਗੁਰੂ ਜੀ ਬੈਠੇ ਹਨ। ਜਿਸ ਕੀ ਕਰੁਣਾ ਪਾਏ ਕੈ ਮਨ ਤਾਵਨ ਤੇ ਚੈਨ। ਮਹਾਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਕਹਿੰਦੇ ਕਿ ਗੁਰੂ ਨਾਨਕ ਸਾਹਿਬ ਕੈਸੇ ਨੇ? ਕਹਿੰਦੇ ਜਿਨ੍ਹਾਂ ਦੀ ਕਿਰਪਾ ਪ੍ਰਾਪਤ ਕਰਕੇ ਮਨ ਭੱਜਣ ਤੋਂ ਰਹਿਤ ਹੋ ਕੇ ਚੈਨ ਨੂੰ ਪ੍ਰਾਪਤ ਹੋ ਜਾਂਦਾ ਹੈ। ਗੁਰੂ ਨਾਨਕ ਸਾਹਿਬ ਐਸੇ ਹਨ ਜਿਨ੍ਹਾਂ ਦੀ ਕਿਰਪਾ ਨਾਲ ਇਹ ਮਨ ਭੱਜਣ ਤੋਂ ਰਹਿਤ ਹੋ ਕੇ ਇਕਾਗਰ ਹੋ ਜਾਂਦਾ ਹੈ, ਇੱਕ ਜਗ੍ਹਾ ਤੇ ਟਿਕ ਜਾਂਦਾ ਹੈ। ਇਸ ਭੱਜਣ ਨੱਠਣ ਵਾਲੇ ਮਨ ਨੂੰ ਚੈਨ ਤੇ ਸਕੂਨ ਮਿਲ ਜਾਂਦਾ ਹੈ। ਕਹਿੰਦੇ ਉਹ ਸਕੂਨ ਤਦੇ ਮਿਲਦਾ ਜੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋਵੇ। ਜੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਤਰਸ ਕਰ ਦੇਣ। ਦੋਹਰਾ ਸਰਬ ਬਿਕੈ ਸਿਮਲ ਬ੍ਰਿਖ, ਸ਼ੁਕ ਮਨ ਤਜ ਅਗਿਆਨ। ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਉਤਰਾਰਧ ਹਿੱਸੇ ਦਾ 29ਵਾਂ ਪ੍ਰਸੰਗ ਪ੍ਰਾਰੰਭ ਹੋ ਰਿਹਾ ਹੈ। ਇਸ ਕਰਕੇ ਮਹਾਕਵੀ ਜੀ ਮੰਗਲਾਚਰਨ ਕਰਦੇ ਹਨ। ਕਹਿੰਦੇ ਸਰਬ ਬਿਖੈ ਸਿਮਲ ਬ੍ਰਿਖ, ਸ਼ੁਕ ਮਨ ਤਜ ਅਗਿਆਨ। ਕਹਿੰਦੇ ਸਾਰੇ ਵਿਸ਼ੇ ਇਸ ਤਰ੍ਹਾਂ ਨੇ ਜਿਵੇਂ ਸਿਮਲ ਦਾ ਬ੍ਰਿਛ ਹੁੰਦਾ ਨਾ, ਨਿਕੰਮਾ। ਸਿਮਲ ਦਾ ਜਿਹੜਾ ਬੂਟਾ ਹੁੰਦਾ ਉਹ ਨਿਕੰਮਾ ਹੁੰਦਾ। ਸਿਮਲ ਰੁੱਖ ਸਰਾਏ ਰਾਤ ਦੀਰਘ ਅਤ ਮੁੱਚ, ਉੱਚਾ ਹੁੰਦਾ ਪਰ ਨਿਕੰਮਾ। ਉਹਦੇ ਫਲ ਤੇ ਫੁੱਲ ਬਕ-ਬਕੇ ਹੁੰਦੇ, ਖਾਣ ਦੇ ਕੰਮ ਨਹੀਂ ਆਉਂਦੇ, ਵੇਖਣ ਨੂੰ ਬੜਾ ਉੱਚਾ ਹੁੰਦਾ। ਮਹਾਰਾਜ ਜੀ ਭਾਈ ਮਹਾਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਹੇ ਮੇਰਿਆ ਮਨਾ ਤੂੰ ਹੈ ਤੋਤਾ। ਮਨ ਨੂੰ ਤੋਤੇ ਦੀ ਤਸਬੀਹ ਦਿੰਦੇ ਆ ਤੇ ਕਹਿੰਦੇ ਆ ਜਿਹੜੇ ਸੰਸਾਰ ਦੇ ਵਿਸ਼ੇ ਵਿਕਾਰ ਨੇ ਇਹ ਸਿਮਲ ਦੇ ਬੂਟੇ ਵਾਂਗੂ ਨੇ, ਤੇ ਹੇ ਮੇਰਿਆ ਮਨਾ ਤੂੰ ਤੋਤਾ ਬਣ ਕੇ ਇਸ ਸਿਮਲ ਦੇ ਦਰਖਤ ਵੱਲ ਭੱਜਦਾ, ਵਿਕਾਰਾਂ ਵੱਲ ਭੱਜਦਾ ਵੀ ਇਹਦੇ ਵਿੱਚੋਂ ਕੁਝ ਲੱਭੇਗਾ, ਪਰ ਤੈਨੂੰ ਇੱਥੋਂ ਕੁਝ ਨਹੀਂ ਜੇ ਮਿਲਣਾ, ਕੁਝ ਵੀ ਹਾਸਲ ਨਹੀਂ ਜੇ ਹੋਣਾ। ਇਸ ਕਰਕੇ ਹੇ ਮੇਰੇ ਤੋਤੇ ਰੂਪੀ ਮਨ ਤੂੰ ਅਗਿਆਨ ਨੂੰ ਤਜ ਦੇ, ਅਗਿਆਨ ਤੇ ਭੁਲੇਖੇ ਨੂੰ ਤਿਆਗ ਦੇ। ਸਤਿਗੁਰ ਚਰਨ ਰਸਾਲ ਕੋ ਸੇਵ ਸਦਾ ਸੁਖ ਮਾਨ। ਇਹ ਮੇਰੇ ਮਨ ਰੂਪੀ ਤੋਤੇ ਗੁਰੂ ਨਾਨਕ ਸਾਹਿਬ ਦੇ ਚਰਨ ਅੰਬ ਦੇ ਫਲ ਵਾਂਗੂ ਮਿੱਠੇ ਨੇ। ਵਿਸ਼ਿਆਂ ਵਿਕਾਰਾਂ ਰੂਪੀ ਸਿਮਲ ਦੇ ਦਰਖਤ ਨੂੰ ਛੱਡ ਕੇ ਗੁਰੂ ਨਾਨਕ ਸਾਹਿਬ ਦੇ ਚਰਨ ਕਮਲਾਂ ਰੂਪੀ ਅੰਬ ਦਾ ਜਿਹੜਾ ਫਲ ਹੈ ਜਿਹਦੇ ਵਿੱਚ ਰਸ ਹੀ ਰਸ ਨੇ, ਕਹਿੰਦੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਟੇਕ ਲੈ। ਤੂੰ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਸ਼ਰਨ ਵਿੱਚ ਆ, ਜਿਨ੍ਹਾਂ ਦੇ ਚਰਨਾਂ ਨੂੰ ਸੇਵ ਕੇ ਤੂੰ ਸਦਾ ਲਈ ਸੁਖ ਮਾਣੇਗਾ, ਸੁਖ ਪ੍ਰਾਪਤ ਕਰੇਗਾ। ਕਿਉਂਕਿ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਜੋ ਸੁਖ ਹੈ ਉਹ ਦੁਨੀਆ ਦੇ ਕਿਸੇ ਰਾਜ ਭਾਗ ਦੇ ਵਿੱਚ, ਇੱਥੋਂ ਤੱਕ ਮੁਕਤੀ ਵਿੱਚ ਵੀ ਨਹੀਂ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ, ਆਪਣੇ ਚਰਨ ਕਮਲਾਂ ਦੀ ਟੇਕ ਸਤਿਗੁਰੂ ਜੀ ਸਾਨੂੰ ਬਖਸ਼ਣ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਗੁਰੂ ਪਾਤਸ਼ਾਹ ਦਾ ਇਤਿਹਾਸ ਅਗਾਧ ਬੋਧ ਹੈ, ਕਥਨ ਕਰਦਿਆਂ ਅਨੇਕ ਪ੍ਰਕਾਰ ਦੀਆਂ ਉਣਤਾਈਆਂ ਰਹਿ ਜਾਂਦੀਆਂ ਹਨ, ਖਿਮਾ ਕਰ ਦੇਣੀਆਂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੈ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੈ